ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਅਹੀਰੀ ਗੁਜਰੀ, ਮਾਰ ਮਾਰ ਕਰ ਪੈਠੇ ਨਿਸਚਰ। ਪੁਜ ਬਲ ਖਲ ਦਲ ਸਹਜੋਰ, ਧਾਇ ਧਾਇ ਦਲ ਪੁੰਗਵ ਦਾਨਵ। ਪਾਂਤ ਪਾਂਤ ਕਲ ਘੋਰ, ਮਾਰ ਮਾਰ ਕਰ ਪੈਠੇ ਨਿਸਚਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇਵਤਿਆਂ ਤੇ ਦੈਂਤਾਂ ਦੇ ਯੁੱਧ ਨੂੰ ਆਪਣੀ ਮਹਾਨ ਰਚਨਾ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਨੇ। ਸਤਿਗੁਰੂ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਵਾਇਆ। ਮੁਕਤੀ ਦੇ ਦੋ ਮਾਰਗ ਨੇ, ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਤੇ ਦੂਜਾ ਜੰਗ ਦੇ ਮੈਦਾਨ ਦੇ ਵਿੱਚ ਲੜ ਕਰਕੇ ਮਰਨਾ, ਸ਼ਹੀਦ ਹੋਣਾ। ਇਹ ਮੁਕਤੀ ਦਾ ਦੂਜਾ ਮਾਰਗ ਹੈ। ਤੋ ਇਸ ਮਾਰਗ ਦੇ ਉੱਪਰ ਚੱਲਦੇ ਹੋਏ ਬਹੁਤ ਸੂਰਮੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ। ਦੁਬਾਰਾ ਫੌਜਾਂ ਚੜ੍ਹੀਆਂ ਨੇ, ਜੰਗ ਪ੍ਰਾਰੰਭ ਹੋਇਆ ਹੈ। ਇਹ ਸਤਿਗੁਰੂ ਸਾਹਿਬ ਜੀ ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਨੇ। ਸਾਹਿਬ ਜੀ ਕਹਿੰਦੇ ਨੇ, ਜੰਗ ਦੇ ਮੈਦਾਨ ਵਿੱਚ ਜਾ ਕੇ ਸੂਰਮਿਆਂ ਨੇ ਸਹੁੰ ਖਾਧੀ ਹੈ, ਜਕੈ ਤੋ ਲੈ ਹਾਂ ਅਜੂਐ ਕਦਲ ਕੁਅਰ ਕਾ। ਜਾਂ ਤੇ ਅੱਜ ਜੋ ਰਾਜਪੂਤ ਮਾਰੇ ਹਨ ਉਹਨਾਂ ਦੇ ਕਤਲ ਦਾ ਬਦਲਾ ਲੈ ਲਵਾਂਗੇ। ਯਕੇ ਮਰ ਮਿਟੋ ਯੁੱਧ ਕਰਕੇ, ਯਕੈ ਜਾਂ ਜੰਗ ਦੇ ਮੈਦਾਨ ਦੇ ਵਿੱਚ ਯੁੱਧ ਕਰਕੇ ਮਰ ਮਿਟਾਂਗੇ। ਇੱਥੇ ਜਕੇ ਦਾ ਅਰਥ ਗੁਰੂ ਖਾਲਸਾ ਜੀ ਜਾਂ ਆਵੇਗਾ। ਜਾਂ ਜੰਗ ਦੇ ਮੈਦਾਨ ਵਿੱਚ ਮਰ ਜਾਵਾਂਗੇ ਤੇ ਜਾਂ ਵੈਰੀਆਂ ਤੋਂ ਅੱਜ ਬਦਲਾ ਲਵਾਂਗੇ। ਇਹ ਮਹਾਰਾਜ ਸਾਹਿਬ ਜੀ ਨੇ ਕੱਲ੍ਹ ਦੇ ਪ੍ਰਸੰਗ ਵਿੱਚ ਕਿਹਾ ਹੈ। ਤੇ 505 ਸਫ਼ੇ ਦੇ ਉੱਪਰ ਇੱਥੇ ਗੁਰੂ ਖਾਲਸਾ ਜੀ ਫਾਰਸੀ ਦੀ ਕਥਾ ਸੀ ਤੇ ਉਹ ਕਥਾ ਦੇ ਵਿੱਚ ਇੱਕ ਤੁਕ ਆਈ ਸੀ, ਬਸੇ ਜ਼ਖਮੀ ਸ਼ੁਦੰਦ ਅਜ਼ ਸਿਪਹ ਸਾਲਾਰੀ ਸਮਰ ਕਰ ਕਰ। ਕਰ ਕਰ ਗੁਰੂ ਖਾਲਸਾ ਜੀ ਕੱਕਿਆਂ ਦੇ ਪੈਰਾਂ ਵਿੱਚ ਬਿੰਦੀਆਂ ਨਹੀਂ ਹਨ, ਅਰਥ ਬਾਦਸ਼ਾਹ ਦਾ ਹੈ ਤੇ ਇਹ ਆਪਣੀਆਂ ਪੋਥੀਆਂ ਤੇ ਠੀਕ ਕਰ ਲੈਣਾ। ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਅਹੀਰੀ ਗੁਜਰੀ, ਮਾਰ ਮਾਰ ਕਰ ਪੈਠੇ ਨਿਸਚਰ। ਮਹਾਰਾਜ ਕਲਗੀਧਰ ਜੀ ਕਹਿੰਦੇ, ਨਿਸਚਰ ਦੈਂਤ ਜਿਹੜੇ ਨੇ ਉਹ ਮਾਰ ਲੋ ਕਰਦੇ ਯੁੱਧ ਦੇ ਮੈਦਾਨ ਵਿੱਚ ਬੈਠੇ ਪ੍ਰਵੇਸ਼ ਹੋ ਗਏ ਨੇ। ਪੁਜ ਬਲ ਖਲ ਦਲ ਸਹਜੋਰ। ਸਾਹਿਬ ਜੀ ਕਹਿੰਦੇ ਨੇ, ਜੋ ਖਲ ਦਲ ਮੂਰਖਾਂ ਦਾ ਦਲ ਹੈ ਉਹ ਆਪਣੀਆਂ ਬਾਹਾਂ ਦਾ ਬਲ ਕਰਕੇ ਤੇ ਸਹਜੋਰ, ਸ਼ਹ ਮੈਨੇ ਸ਼ਾਹੀ, ਜ਼ੋਰ ਮੈਨੇ ਤਾਕਤ ਦੇ ਨਾਲ। ਸਹਜੋਰ ਮੈਨੇ ਸ਼ਾਹੀ ਤਾਕਤ ਤੇ ਬਾਹਾਂ ਦੇ ਬਲ ਦੇ ਨਾਲ ਜੋ ਮੂਰਖਾਂ ਦਾ ਦਲ ਹੈ ਉਹ ਜੰਗ ਦੇ ਮੈਦਾਨ ਵਿੱਚ ਜਾ ਕੁੱਦਿਆ ਏ। ਮਾਤਾ ਭਾਗੋ ਜੀ ਤੇ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਇੱਥੇ ਖਲ ਦਲ ਲਿਖਿਆ ਏ, ਇਹ ਠੀਕ ਕਰ ਲੈਣਾ ਜੀ। ਧਾਇ ਧਾਇ ਦਲ ਪੁੰਗਵ ਦਾਨਵ। ਸਾਹਿਬ ਜੀ ਕਹਿੰਦੇ ਨੇ, ਭੱਜ ਭੱਜ ਕਰਕੇ ਸਮੂਹ ਦੰਤਾਂ ਦੇ ਦਲ ਜੰਗ ਦੇ ਮੈਦਾਨ ਵਿੱਚ ਜਾ ਉਛਲੇ ਨੇ। ਪਾਂਤ ਪਾਂਤ ਕਲ ਘੋਰ। ਕਲ ਘੋਰ ਨਾਮ ਭਿਆਨਕ ਦਾ ਏ, ਭਿਆਨਕ ਦੈਂਤ ਪੰਗਤਾਂ ਬਣਾ ਕਰਕੇ ਗਏ ਹਨ। ਹਾਕ ਹਾਕ ਦਲ ਭਿਰੇ ਦੇਵਤਾ। ਦੇਵਤਿਆਂ ਨੂੰ ਵੰਗਾਰ ਵੰਗਾਰ ਕੇ ਜੰਗ ਦੇ ਮੈਦਾਨ ਵਿੱਚ ਭਿੜੇ ਹਨ। ਬਦਤ ਭਏ ਪਟ ਹੋਰ ਨਾਮ ਸ਼ਰਤਾਂ ਦਾ ਏ, ਸੂਰਮਾ ਸ਼ਰਤਾਂ ਕਹਿੰਦੇ ਪਏ ਨੇ। ਬਦਤ ਮੈਨੇ ਕਹਿੰਦੇ ਤੇ ਭਏ ਮੈਨੇ ਹੋਏ। ਜਿਹੜੇ ਸੂਰਮੇ ਨੇ ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਨੂੰ ਸ਼ਰਤਾਂ ਕਹਿੰਦੇ ਹੋਏ ਨੇ।
ਇੱਕ ਦੂਜੇ ਦੇ ਨਾਲ ਸ਼ਰਤਾਂ ਬੰਨ੍ਹਦੇ ਪਏ ਨੇ। ਬਿਹਸ ਬਿਹਸ ਸਰ ਮਾਰਤ ਰਿਸ ਕਰ। ਮਹਾਰਾਜ ਕਲਗੀਧਰ ਜੀ ਕਹਿੰਦੇ ਖੁਸ਼ ਹੋ ਕੇ ਹੱਸ ਹੱਸ ਕਰਕੇ ਤੇ ਗੁੱਸਾ ਕਰਕੇ ਤੀਰ ਮਾਰਦੇ ਪਏ ਨੇ ਸੂਰਮੇ। ਪਾਰ ਭਏ ਅੰਗ ਫੋਰ। ਹਾਂ, ਸੂਰਮਿਆਂ ਦੇ ਜਿਹੜੇ ਅੰਗ ਨੇ ਉਹ ਫੁੱਟ ਗਏ ਨੇ ਤੇ ਤੀਰ ਅੰਗ ਸਰੀਰਾਂ ਨੂੰ ਫੋਰ ਕੇ ਤੇ ਅੱਗੇ ਪਾਰ ਦੂਸਰੇ ਪਾਸੇ ਹੋ ਗਏ ਨੇ। ਏਡੀ ਏਡੀ ਜ਼ੋਰ ਦੇ ਨਾਲ ਤੀਰ ਵੱਜਦੇ ਪਏ ਨੇ। ਰਿਸ ਰਿਸ ਆਜੁਦ ਡਾਰਹੀ। ਗੁੱਸਾ ਕਰ ਕਰਕੇ ਸੂਰਮੇ ਸ਼ਸਤਰ ਇੱਕ ਦੂਜੇ ਵੱਲ ਸੁੱਟਦੇ ਪਏ ਨੇ, ਮਾਰਦੇ ਪਏ ਨੇ। ਬੇਦਤ ਅੰਗਨ ਪੋਰ। ਪੋਰ ਨਾਮ ਜੋੜਾਂ ਦਾ ਏ, ਪੋਰੀਆਂ ਦਾ ਏ। ਸੂਰਮੇ ਜੋੜਾਂ ਤੋਂ ਅੰਗਾਂ ਨੂੰ ਵਿੰਨ੍ਹਦੇ ਪਏ ਨੇ। ਜੋੜ ਦੇ ਉੱਪਰ ਗੁਰੂ ਖਾਲਸਾ ਜੀ ਸ਼ਸਤਰ ਦਾ ਵਾਰ ਲੱਗੇ। ਗਦਕਈ ਸਿੰਘ ਜਾਣਦੇ ਨੇ ਉਹ ਝਾਟੀ ਅੰਗ ਸਰੀਰ ਦੇ ਨਾਲੋਂ ਵੱਖਰਾ ਹੋ ਜਾਂਦਾ ਏ। ਜਿਵੇਂ ਗੁਰੂ ਖਾਲਸਾ ਜੀ ਕੂਣੀ ਤੇ ਵੱਜੇ ਆ ਕਰਕੇ, ਗੁੱਟ ਤੇ ਵੱਜੇ, ਗੋਡੇ ਤੇ ਵੱਜੇ, ਇਹ ਸਾਰੇ ਪੋਰ ਨਾਮ ਪੋਰੀਆਂ ਦਾ ਭਾਵ ਜੋੜਾਂ ਦਾ ਹੈ। ਤੇ ਜੋੜਾਂ ਤੋਂ ਸੂਰਮੇ ਸ਼ਸਤਰ ਮਾਰ ਮਾਰ ਕੇ ਅੰਗਾਂ ਨੂੰ ਵਿੰਨ੍ਹਦੇ ਪਏ ਨੇ। ਤੀਰ ਮਾਰ ਮਾਰ ਕੇ ਵਿੰਨ੍ਹਦੇ ਪਏ ਨੇ। ਕਿਰਪਾਨਾਂ ਦੇ ਨਾਲ ਅਲੱਗ ਕਰਦੇ ਪਏ ਨੇ। ਪੁਨ ਪੁਨ ਸਾਮਹੇ ਭਿਰਤ ਭਟ। ਹਾਂ, ਕਹਿੰਦੇ ਨੇ ਭਾਵੇਂ ਉਹਨਾਂ ਨੂੰ ਅੱਗੋਂ ਸ਼ਸਤਰਾਂ ਦੀ ਮਾਰ ਸਹਾਰਨੀ ਪੈ ਰਹੀ ਨੇ, ਪਰ ਫਿਰ ਵੀ ਸੂਰਮੇ ਜੰਗ ਦੇ ਮੈਦਾਨ ਦੇ ਸਾਹਮਣੇ ਹੋ ਕੇ ਭਿੜਦੇ ਪਏ ਨੇ। ਸੁਬਟਨ ਸੀਸਹ ਫੋਰ। ਜਿਹੜੇ ਸੂਰਮੇ ਨੇ ਉਹ ਇੱਕ ਦੂਜੇ ਦੇ ਸਿਰਾਂ ਨੂੰ ਫੋੜਦੇ ਪਏ ਨੇ। ਆਸ ਗੱਜ ਪੇਲਤ ਚਾਵਹੀ। ਸਾਹਿਬ ਜੀ ਕਹਿੰਦੇ ਨੇ ਘੋੜਿਆਂ ਤੇ ਹਾਥੀਆਂ ਤੇ ਚੜ੍ਹ ਕੇ ਘੋੜਿਆਂ ਹਾਥੀਆਂ ਨੂੰ ਬੜੇ ਚਾਵ ਦੇ ਨਾਲ ਪੇਲਤ ਭਜਾਉਂਦੇ ਪਏ ਨੇ। ਦੇਵਾ ਦੇਵ ਦੁਹ ਔਰ। ਦੇਵਤੇ ਤੇ ਦੈਂਤ ਦੁਹ ਔਰ ਦੋਨਾਂ ਹੀ ਪਾਸਿਆਂ ਤੋਂ। ਏਕ ਏਕ ਭਟ ਕਾਵਹੀ। ਹਾਂ, ਕੱਲੇ ਨੂੰ ਕੱਲਾ ਸੂਰਮਾ ਜੰਗ ਦੇ ਮੈਦਾਨ ਵਿੱਚ ਮਾਰਦਾ ਪਿਆ ਏ। ਟੂਕ ਟੂਕ ਕਰ ਦੌਰ। ਹਾਂ, ਟੁਕੜੇ ਟੁਕੜੇ ਕਰਕੇ ਸੂਰਮੇ ਜੰਗ ਦੇ ਮੈਦਾਨ ਵਿੱਚ ਦੌੜਦੇ ਪਏ ਨੇ। ਬੇਸਨ ਪਦ ਅਹੀਰੀ ਗੂਜਰੀ ਤਰਹਿ ਦੂਜੀ। ਨਿਸਰ ਨਿਸਰ ਭਟ ਔਰ ਹੀ। ਹਾਂ, ਜਦੋਂ ਟੁਕੜੇ ਟੁਕੜੇ ਕਰਕੇ ਸੂਰਮੇ ਜੰਗ ਦੇ ਮੈਦਾਨ ਚੋਂ ਬਾਹਰ ਨੂੰ ਭੱਜ ਜਾਂਦੇ ਨੇ ਤੇ ਦਲਾਂ ਵਿੱਚੋਂ ਹੋਰ ਸੂਰਮੇ ਨਿਕਲ ਕਰਕੇ ਜੰਗ ਦੇ ਮੈਦਾਨ ਵਿੱਚ ਆਉਂਦੇ ਪਏ ਨੇ। ਆਵਤ ਸਾਮਹਿ ਪ੍ਰਚਾਰ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਸੂਰਮੇ ਧੌਣਾ ਠਾਹ ਨੂੰ ਸੁੱਟ ਕੇ ਨਹੀਂ, ਸਗੋਂ ਛਾਤੀਆਂ ਤਾਣ ਕੇ ਆਉਂਦੇ ਨੇ ਤੇ ਆਉਂਦੇ ਹੀ ਇੱਕ ਦੂਜੇ ਨੂੰ ਪ੍ਰਚਾਰ ਵੰਗਾਰਦੇ ਪਏ ਨੇ। ਇਸ ਤਰ੍ਹਾਂ ਸਾਹਮਣੇ ਆਉਂਦੇ ਨੇ। ਬਾਨ ਬੱਜਰ ਬਿਸ਼ੁਆ ਬਿਸਖ। ਬਾਣ ਤੀਰ ਬੱਜਰ ਇੱਕ ਸ਼ਸਤਰ ਦਾ ਨਾਮ ਹੈ। ਬਿਸਖ ਜ਼ਹਿਰੀਲੇ ਤੀਰਾਂ ਨੂੰ ਕਹਿੰਦੇ ਨੇ। ਬਿਸ਼ੁਆ ਵੀ ਗੁਰੂ ਖਾਲਸਾ ਜੀ ਇੱਕ ਸ਼ਸਤਰ ਦਾ ਨਾਮ ਹੈ। ਇਹ ਸੂਰਮੇ ਸ਼ਸਤਰ ਚਲਾਉਂਦੇ ਪਏ ਨੇ। ਕਾਵਤ ਅਨਕ ਪ੍ਰਕਾਰ। ਅਨੇਕਾਂ ਹੀ ਪ੍ਰਕਾਰ ਢੰਗਾਂ ਦੇ ਨਾਲ ਕਾਵਤ ਮਾਰਦੇ ਪਏ ਨੇ। ਐਂਚ ਐਂਚ ਭਟ ਕਾਵਹੀ। ਐਂਚ ਐਂਚ ਖਿੱਚ ਖਿੱਚ ਕੇ ਭਟ ਸੂਰਮੇ ਕਾਵ ਹੀ ਮਾਰਦੇ ਪਏ ਹਨ। ਬ੍ਰਿਨ ਕਰ ਕਠਿਨ ਕਰਾਰ। ਬ੍ਰਿਨ ਕਰ ਜ਼ਖਮਾਂ ਨੂੰ ਕਰਨ ਵਾਲੇ ਤੀਰ ਜਿਹੜੇ ਬਹੁਤੇ ਕਠਿਨ ਤੇ ਕਰਾਰ ਮੈਨੇ ਕਰਾਰੇ ਹਨ, ਜਿਹੜੇ ਕਰਾਰੀ ਮਾਰ ਦਿੰਦੇ ਹਨ, ਉਹਨਾਂ ਨੂੰ ਮਾਰਦੇ ਪਏ ਨੇ। ਤੇ ਜਿਹੜੇ ਰੁੱਖਾਂ ਵਿੱਚ ਵੀ ਲੱਗਣ ਦੇ ਨਾਲ ਮੁੜਦੇ ਨਹੀਂ, ਐਸੇ ਕਠਿਨ ਤੀਰ ਜੰਗ ਦੇ ਮੈਦਾਨ ਵਿੱਚ ਲਾਉਂਦੇ ਪਏ ਨੇ। ਝੋਮ ਝੋਮ ਪੁਹਮੀ ਗਿਰਤ। ਹਾਂ, ਘੁੰਮ ਘੁੰਮ ਕਰਕੇ ਸੂਰਮੇ ਧਰਤੀ ਦੇ ਉੱਪਰ ਡਿੱਗਦੇ ਪਏ ਨੇ। ਸੂਰਾ ਸਬਲ ਅਪਾਰ। ਜਿਹੜੇ ਸੂਰਮੇ ਬਹੁਤੇ ਬਲ ਦੇ ਸਹਿਤ ਤੇ ਅਪਾਰ ਗਿਣਤੀ ਵਿੱਚ ਬੇਅੰਤ ਹੀ ਹਨ। ਸੰਬਰ ਸੰਬਰ ਪੁਹਮੀ ਉਠਤ। ਸਾਹਿਬ ਜੀ ਕਹਿੰਦੇ ਨੇ ਜਿਹੜੇ ਸੂਰਮੇ ਜ਼ਖਮ ਖਾ ਕੇ ਘੁੰਮ ਘੁੰਮ ਕੇ ਧਰਤੀ ਉੱਪਰ ਡਿੱਗਦੇ ਨੇ, ਉਹ ਹੌਲੀ ਹੌਲੀ ਫਿਰ ਆਪਣੇ ਆਪ ਨੂੰ ਸੰਭਾਲ ਕੇ ਧਰਤੀ ਤੋਂ ਉੱਠਦੇ ਪਏ ਨੇ। ਕਸ ਕਸ ਸ਼ਸਤਰ ਪ੍ਰਹਾਰ। ਫਿਰ ਉਹ ਕਸ ਕੇ ਸ਼ਸਤਰਾਂ ਦੇ ਪ੍ਰਹਾਰ ਵਾਰ ਕਰਦੇ ਨੇ। ਇਸ ਤਰ੍ਹਾਂ ਜੰਗ ਕਰਨ ਲੱਗ ਜਾਂਦੇ ਨੇ। ਮਾਰ ਮਾਰ ਸਾਵਤ ਹਨੇ। ਮਾਰ ਕਰਕੇ ਸਾਵਤ ਰਾਜਪੂਤ ਹਨੇ ਮਾਰਦੇ ਪਏ ਨੇ। ਜਾਂ ਜਿਹੜੇ ਰਾਜਕੁਮਾਰ ਨੇ ਉਹਨਾਂ ਨੂੰ ਮਾਰ ਕੇ ਦੇਵਤਿਆਂ ਨੇ ਦੰਤਾਂ ਦੇ ਰਾਜਕੁਮਾਰਾਂ ਨੂੰ ਮਾਰਨਾ ਕੀਤਾ ਤੇ ਦੇਵਤਿਆਂ ਨੇ
ਦੈਂਤਾਂ ਦੇ ਰਾਜਕੁਮਾਰਾਂ ਨੂੰ ਮਾਰਨਾ ਕੀਤਾ, ਤੇ ਦੈਂਤਾਂ ਨੇ ਦੇਵਤਿਆਂ ਦੇ ਰਾਜਕੁਮਾਰਾਂ ਨੂੰ ਮਾਰ ਮਾਰ ਕੇ ਮਾਰ ਦੇਣਾ ਕੀਤਾ। ਲਗਨ ਨਾ ਦੀਨਿਓ ਗਾਰ। ਸਾਹਿਬ ਜੀ ਕਹਿੰਦੇ ਕਿਸੇ ਨੇ ਵੀ ਆਪਣੀ ਕੁਲ ਨੂੰ ਨਾ ਦੇਵਤਿਆਂ ਨਾ ਦੈਂਤਾਂ ਨੇ ਗਾਰ ਕਲੰਕ ਲੱਗਣ ਦਿੱਤਾ। ਜੂਝ ਸਮਰ ਸਨਮੁਖ ਗਏ। ਜੂਝ ਕਰਕੇ ਜੰਗ ਦੇ ਮੈਦਾਨ ਦੇ ਸਾਹਮਣੇ ਇਹ ਜਹਾਨ ਤੋਂ ਸੁਰਖਰੂ ਹੋ ਕੇ ਚਲੇ ਗਏ ਪਰਲੋਕ ਨੂੰ। ਬਸੇ ਬਾਸ ਸੁਖ ਸਾਰ। ਹਾਂ ਕਹਿੰਦੇ ਨੇ ਸੁਖਾਂ ਦੇ ਮੰਦਰਾਂ ਵਿੱਚ ਜਾ ਕੇ ਉਹ ਬਸ ਗਏ। ਬਾਸਦਾਰ ਹੁੰਦਾ ਏ, ਉਹਨਾਂ ਨੇ ਬਾਸਾ ਕਰ ਲਿਆ, ਜਾਂ ਬਾਸ ਸੁਖ ਸਾਰ, ਉੱਥੇ ਬਾਸਾ ਕਰ ਲਿਆ ਜਿੱਥੇ ਸਾਰਦਾਰ ਹੁੰਦਾ ਸ੍ਰੇਸ਼ਟ ਸੁਖ ਮਿਲਦੇ ਨੇ। ਉਹ ਕੀ ਹੈ? ਸਵਰਗ। ਸਵਰਗਾਂ ਵਿੱਚ ਜਾ ਕਰਕੇ ਉਹ ਬਸ ਗਏ। ਇਸ ਤਰੀਕੇ ਨਾਲ ਅਰਥ ਕਰਨਾ ਹੈ। ਸਾਰ ਦਾ ਅਰਥ ਤਤ ਵੀ ਹੈ, ਤਤ ਰੂਪ ਸੁਖ ਦੇ ਮੰਦਰਾਂ ਵਿੱਚ ਜਾ ਬਸੇ। ਬਾਸ ਸੁਖ ਸਾਰ। ਜੋ ਗੁਰੂ ਖਾਲਸਾ ਜੀ ਇਹ ਸਾਰੇ ਸੰਸਾਰ ਵਿੱਚੋਂ ਤਤ ਹੈ ਉਹ ਬ੍ਰਹਮ ਹੈ, ਤੇ ਬ੍ਰਹਮ ਸਾਰਿਆਂ ਨੂੰ ਸੁਖ ਦੇਣ ਵਾਲਾ, ਕਿਉਂਕਿ ਬ੍ਰਹਮ ਦਾ ਸਤ ਚਿਤ ਆਨੰਦ ਸਰੂਪ ਹੈ। ਸੁਖ ਦਾ ਅਰਥ ਹੈ ਜੋ ਆਨੰਦ ਸਰੂਪ ਬ੍ਰਹਮ ਹੈ ਉਸ ਦੇ ਵਿੱਚ ਲੀਨ ਹੋਣ ਰੂਪ ਐਸੇ ਉਸ ਦੇ ਬਾਸ ਘਰ ਦੇ ਵਿੱਚ ਜਾ ਕੇ ਬਸ ਗਏ ਹਨ। ਜੋਤੀ ਜੋਤ ਰਲੀ ਸੰਪੂਰਨ ਤੀਆ ਰਾਮ। ਐਸੀ ਗੁਰੂ ਖਾਲਸਾ ਜੀ ਸੂਰਮਿਆਂ ਨੇ ਅਮਰ ਪਦਵੀ ਪ੍ਰਾਪਤ ਕੀਤੀ ਹੈ। ਅਪਸ਼ਰ ਬਰਿਓ ਬਰੰਗਨਨ। ਸਾਹਿਬ ਜੀ ਕਹਿੰਦੇ ਅੱਗੇ ਸਵਰਗਾਂ ਦੇ ਵਿੱਚ ਅਪਸ਼ਰਾਂ ਨੇ ਵਰਨਾ ਕੀਤਾ ਹੈ। ਗੁਰੂ ਖਾਲਸਾ ਜੀ ਜਿਹੋ ਜੀ ਸੂਰਮੇ ਦੀ ਇੱਛਾ ਹੋਵੇ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੂੰ ਤੇ ਇੱਛਾ ਸੀ ਵੀ ਅਸੀਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਸਮਾ ਜਾਈਏ, ਉਹ ਜੋ ਤਤ ਰੂਪ ਵਾਹਿਗੁਰੂ ਅਕਾਲ ਪੁਰਖ ਹੈ, ਜੋ ਸੁਖ ਸਰੂਪ ਹੈ, ਉਹਦੇ ਬਾਸੇ ਵਿੱਚ ਭਾਵ ਉਹਦੇ ਘਰ ਦੇ ਵਿੱਚ ਜਾ ਕੇ ਬਸ ਗਏ। ਭਾਵ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ। ਤੇ ਜਿਨ੍ਹਾਂ ਨੂੰ ਇਹ ਇੱਛਾ ਸੀ ਕਿ ਅੱਗੇ ਸਾਨੂੰ ਅਪਸ਼ਰਾਂ ਮਿਲਣ, ਬਰੰਗਣਾ ਮਿਲਣ, ਤੇ ਉਹ ਸਾਨੂੰ ਬਰਨ ਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਪਤੀ ਰੂਪ ਹੋ ਕਰਕੇ ਰਹੀਏ, ਉਹਨਾਂ ਬਾਬਤ ਕਲਗੀਧਰ ਜੀ ਕਹਿੰਦੇ ਨੇ ਕਿ ਉਹਨਾਂ ਸਕਾਮੀ ਸੂਰਮਿਆਂ ਨੂੰ ਬਰੰਗਣਾ ਨੇ ਤੇ ਅਪਸ਼ਰਾਂ ਨੇ ਵਰ ਲੈਣਾ ਕੀਤਾ। ਕੀਨੋ ਸਵਰਗ ਬਿਹਾਰ। ਉਹਨਾਂ ਨੂੰ ਸਵਰਗਾਂ ਵਿੱਚ ਲੈ ਗਈਆਂ ਅਪਸ਼ਰਾਂ ਤੇ ਹੱਥਾਂ ਵਿੱਚ ਹੱਥ ਪਾ ਕੇ, ਤੇ ਉਹਨਾਂ ਨੇ ਸਵਰਗਾਂ ਦੇ ਵਿੱਚ ਫਿਰਨਾ ਕੀਤਾ। ਇਦਾਂ ਅਪਸ਼ਰਾਂ ਨਾਲ ਟਹਿਲਦੇ ਪਏ ਨੇ। ਬੇਸਨ ਪਾਦ ਆਹੀਰੀ ਗੁਆਰੀ। ਚਾਪ ਚਾਪ ਭਟ ਨਿਸਰਤ ਆਹਵ। ਸਾਹਿਬ ਜੀ ਕਹਿੰਦੇ ਉਤਸ਼ਾਹ ਕਰ ਕਰਕੇ ਸੂਰਮੇ ਆਪੋ ਆਪਣੇ ਦਲਾਂ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆਉਂਦੇ ਪਏ ਨੇ। ਗੁਆਰ ਏਰੀ ਇਹ ਗੌੜੀ ਦੀ ਕਿਸਮ ਵੀ ਮਹਾਰਾਜ ਅਹੀਰੀ ਦੇ ਨਾਲ ਮਿਲਾ ਕੇ ਲਿਖਦੇ ਪਏ ਨੇ। ਚੜ ਚੜ ਚਪਲ ਤੁਰੰਗ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਚੰਚਲ ਘੋੜਿਆਂ ਦੇ ਉੱਪਰ ਚੜ ਚੜ ਕਰਕੇ ਸੂਰਮੇ ਕੂਦ ਕੂਦ ਹੀ ਉਮਗਤ ਸੂਰਨ। ਹਾਂ ਕੁੱਦ ਕੁੱਦ ਕੇ ਜੰਗ ਕਰਦੇ ਨੇ। ਜਦੋਂ ਕੁੱਦ ਕੁੱਦ ਕੇ ਪੈਂਤੜੇ ਕੱਢਦੇ ਆ ਨਾ ਜੰਗੀ ਸੂਰਮੇ ਜੰਗ ਦੇ ਮੈਦਾਨ ਵਿੱਚ, ਉਦੋਂ ਸੂਰਮਿਆਂ ਦੇ ਹਿਰਦੇ ਵਿੱਚ ਬਹੁਤਾ ਉਮਗਤ ਉਤਸ਼ਾਹ ਆਉਂਦਾ ਹੈ। ਬਹੁਤੇ ਉਤਸ਼ਾਹ ਦੇ ਸਹਿਤ ਹੁੰਦੇ ਨੇ ਸੂਰਮੇ। ਉਠਤ ਸੋ ਦੇਵ ਉਮੰਗ ਹੈ। ਸਾਹਿਬ ਜੀ ਕਹਿੰਦੇ ਜਿਹੜੇ ਦੇਵਤੇ ਨੇ ਨਾ ਉਹਨਾਂ ਦੇ ਵੀ ਮਨਾਂ ਵਿੱਚ ਸੋ ਭਲੀ ਪ੍ਰਕਾਰ ਉਮੰਗ ਉਤਸ਼ਾਹ ਉੱਠਦਾ ਏ। ਜਦੋਂ ਉਹ ਦੈਂਤਾਂ ਨੂੰ ਕੂਦ ਕੁੱਦ ਕੇ ਪੈਂਤੜੇ ਕੱਢਦੇ ਜੰਗ ਦੇ ਮੈਦਾਨ ਵਿੱਚ ਦੇਖਦੇ ਨੇ, ਤਾਂ ਦੈਂਤਾਂ ਦੇ ਮਨ ਵਿੱਚ ਵੀ ਤੇ ਦੇਵਤਿਆਂ ਦੇ ਮਨ ਵਿੱਚ ਵੀ ਉਤਸ਼ਾਹ ਆਉਂਦਾ ਏ। ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਕੁੱਦ ਕੇ ਪੈਂਤੜੇ ਕੱਢਦਿਆਂ ਵੇਖ ਕਰਕੇ। ਦੈ ਦੈ ਤਾਲਨ ਅਸਵ ਧਵਾਏ। ਸਾਹਿਬ ਜੀ ਕਹਿੰਦੇ ਨੇ ਤਾੜੀਆਂ ਮਾਰ ਮਾਰ ਕੇ ਘੋੜੇ ਭਜਾਉਣਾ ਕੀਤੇ ਨੇ। ਤੁਹਾਡਾ ਪ੍ਰਾਹੁਣਾ ਭੱਜਾ ਜਾਂਦਾ ਏ, ਜਿਹਦੇ ਕੋਲ ਫੜਿਆ ਜਾਂਦਾ ਫੜ ਲਓ, ਇਦਾਂ ਕਹਿ ਕੇ ਤਾੜੀਆਂ ਮਾਰ ਕੇ ਘੋੜੇ ਭਜਾਉਂਦੇ ਪਏ ਨੇ। ਉਠਵਨ ਬੇਗ ਕੁਰੰਗ ਹੈ। ਸਾਹਿਬ ਜੀ ਕਹਿੰਦੇ ਘੋੜਿਆਂ ਦੀ ਚਾਲ ਕਿਹੜੀ ਥੋੜੀ ਹੈ। ਕੁਰੰਗ ਨਾਮ ਹਰਨ ਦਾ ਏ ਤੇ ਬੇਗ ਨਾਮ ਕਾਲੀ ਦਾ ਏ। ਜਿਵੇਂ ਹਰਨ ਬੜੀ ਕਾਲੀ ਦੇ ਨਾਲ ਭੱਜਦੇ ਨੇ,
ਐਸੀ ਉਠਵਨ ਮੈਨੀ ਚਾਲ ਹੈ ਘੋੜਿਆਂ ਦੀ। ਧੂਪ ਧੂਪ ਪਟ ਧੂਪ ਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਗੁੱਸੇ ਵਿੱਚ ਹੋ ਕਰਕੇ ਸੂਰਮੇ ਧੂਪ ਗਰਮ ਹੁੰਦੇ ਪਏ ਨੇ। ਝੁਮਤ ਬਿਸੀ ਭੁਜੰਗ ਹੈ। ਇਸ ਤਰੀਕੇ ਦੇ ਨਾਲ ਸੂਰਮੇ ਜੰਗ ਦੇ ਮੈਦਾਨ ਵਿੱਚ ਗੁੱਸੇ ਦੇ ਵਿੱਚ ਆਉਂਦੇ ਨੇ ਤੇ ਗੁੱਸੇ ਵਿੱਚ ਆ ਕੇ ਇਦਾਂ ਜੰਗੀ ਪੈਂਤੜੇ ਕੱਢਦੇ ਨੇ ਜਿਸ ਤਰ੍ਹਾਂ ਜ਼ਹਿਰੀਲੇ ਸੱਪ ਜਿਹੜੇ ਨੇ, ਬਿਸੀ ਮੈਨੇ ਜ਼ਹਿਰੀਲੇ ਭੁਜੰਗ ਮੈਨੇ ਸੱਪ ਝੂਮਦੇ ਨੇ ਮਸਤੀ ਦੇ ਵਿੱਚ ਆ ਕਰਕੇ। ਜਦੋਂ ਉਹਨਾਂ ਨੂੰ ਜ਼ਹਿਰ ਦੀ ਮਸਤੀ ਚੜ੍ਹਦੀ ਹੈ। ਬਾਹਤ ਬਾਨ ਗੁਲੇਲਨ ਬਿਸ਼ੂਅਨ। ਬਾਣ ਗੁਲੇਲੇ ਤੇ ਬਿਸ਼ੂ ਆਦਿਕ ਵਾਹੁੰਦੇ ਪਏ ਨੇ, ਚਲਾਉਂਦੇ ਪਏ ਨੇ। ਕਾਵਤ ਬੀਰ ਨਿਸੰਗ ਹੈ। ਨਿਸੰਗ ਹੋ ਕਰਕੇ ਮਰਨ ਦਾ ਖੌਫ ਨਹੀਂ। ਇਸ ਤਰ੍ਹਾਂ ਵੀਰ ਸੂਰਮੇ ਕਹਾਵਤ ਮਾਰਦੇ ਪਏ ਨੇ ਇੱਕ ਦੂਜੇ ਨੂੰ। ਗਿਰ ਗਏ ਬਸੁਦਾ ਜੂਝ ਜੁਝਾਰਾ। ਜੁਝਾਰੂ ਸੂਰਮੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਧਰਤੀ ਦੇ ਉੱਪਰ ਡਿੱਗ ਪਏ ਹਨ। ਕਿਧਰੇ ਸਨਮੁਖ ਸਮਰ ਪਿਲੰਗ ਹੈ। ਸਾਹਮਣੇ ਜੋ ਜੰਗ ਦੇ ਮੈਦਾਨ ਦੇ ਸ਼ੇਰ ਸਨ, ਉਹ ਫੌਜਾਂ ਦੇ ਸਾਹਮਣੇ, ਜੰਗ ਦੇ ਮੈਦਾਨ ਦੇ ਸਾਹਮਣੇ ਉਹ ਛਾਤੀਆਂ ਡਾਹ ਕਰਕੇ ਲੜੇ ਤੇ ਜੂਝ ਕਰਕੇ ਜੰਗ ਦੇ ਮੈਦਾਨ ਵਿੱਚ ਡਿੱਗ ਪਏ। ਸਮਰ ਪਲੰਗ ਗੁਰੂ ਖਾਲਸਾ ਜੀ ਪਾਠ ਇਕੱਠਾ ਹੀ ਹੈ। ਜੋ ਜੰਗ ਦੇ ਮੈਦਾਨ ਦੇ ਸ਼ੇਰ ਸਨ, ਉਹ ਜੰਗ ਦੇ ਮੈਦਾਨ ਦੇ ਸਾਹਮਣੇ ਜੂਝ ਕਰਕੇ, ਛਾਤੀਆਂ ਡਾਹ ਕਰਕੇ ਧਰਤੀ ਦੇ ਉੱਪਰ ਡਿੱਗੇ ਨੇ, ਕਾਇਰ ਨਹੀਂ ਅਖਵਾਏ। ਚਾਹਤ ਤਿਨ ਕਹਿ ਅਪਸ਼ਰਾ। ਐਸੇ ਸੂਰਮਿਆਂ ਨੂੰ ਅਪਸ਼ਰਾ ਵੀ ਚਾਹੁੰਦੀਆਂ ਨੇ ਵੀ ਅਸੀਂ ਆਪਣਾ ਪਤੀ ਬਣਾ ਲਈਏ। ਕਾਲ ਬਿਵਾਨ ਬਰੰਗ ਹੈ। ਬਰੰਗ ਬਰੰਗਨਾ ਅਪਸ਼ਰਾ ਆਪਣੇ ਬਿਵਾਨਾਂ ਵਿੱਚ ਘਾਲ ਪਾ ਕੇ ਉਹਨਾਂ ਨੂੰ ਲੈ ਗਈਆਂ ਸਵਰਗਾਂ ਨੂੰ। ਵਿਵਾਹਤ ਸੂਰਨ ਹੂਰਨ ਪਦਮਨ। ਪਦਮਨੀ ਜਾਤੀ ਦੀਆਂ ਹੂਰਾਂ ਨੇ ਐਸੇ ਸੂਰਮਿਆਂ ਦੇ ਨਾਲ ਆਪਣਾ ਵਿਆਹ ਕਰਨਾ ਕੀਤਾ ਹੈ, ਉਹਨਾਂ ਨੂੰ ਵਿਆਹੁਣਾ ਕੀਤਾ ਆਪਣੇ ਨਾਲ। ਪਰੀ ਨਾਗਨੀ ਸੰਗ ਹੈ। ਹਾਂ, ਕੁਝ ਪਰੀਆਂ ਨੇ, ਨਾਗਨਾ ਨੇ, ਉਹਨਾਂ ਦਾ ਸੰਗ ਕੀਤਾ ਏ। ਉਹਨਾਂ ਸੂਰਮਿਆਂ ਨੂੰ ਆਪਣੇ ਨਾਲ ਵਿਆਹੁਣਾ ਕੀਤਾ ਏ। ਪਾਏ ਮੋਖ ਦੋਹ ਲੋਕ ਤੇ। ਦੋ ਲੋਕ ਇਕੱਠਾ ਹੀ ਦੋਨਾਂ ਲੋਕਾਂ ਤੋਂ ਸੂਰਮੇ ਮੁਕਤ ਹੋ ਗਏ। ਪਾਪ ਬਿਲਾਨਿਓ ਅੰਗ ਹੈ। ਅੰਗ ਹਿਰਦੇ ਤੋਂ ਉਹਨਾਂ ਦੇ ਜਿਹੜੇ ਪਾਪ ਸਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ। ਜੋ ਜਨਮਾਂ ਜਨਮਾਂਤਰਾਂ ਦੀ ਮੈਲ ਹਿਰਦੇ ਨੂੰ ਲੱਗੀ ਸੀ, ਉਹ ਸਾਰੀ ਉਹਨਾਂ ਦੀ ਖਤਮ ਹੋ ਗਈ। ਬਲਾਨਿਓ ਮੈਨੇ ਨਾਸ਼ ਹੋ ਗਈ। ਪਾਪਾਂ ਰੂਪੀ ਮੈਲ ਜੋ ਅੰਗ ਹਿਰਦੇ ਨੂੰ ਲੱਗੀ ਹੋਈ ਸੀ। ਸਾਮਰ ਖੇਤਰ ਪਾਵਨ ਸਰਸ। ਸਾਹਿਬ ਜੀ ਕਹਿੰਦੇ ਨੇ ਜੋ ਜੰਗ ਦਾ ਮੈਦਾਨ ਹੈ ਇਹ ਬਹੁਤਾ ਹੀ ਪਾਵਨ ਪਵਿੱਤਰ ਹੈ। ਸਮਰ ਖੇਤਰ ਇਕੱਠਾ ਹੀ ਜੋ ਜੰਗ ਦਾ ਮੈਦਾਨ ਹੈ ਇਹ ਬਹੁਤਾ ਹੀ ਪਾਵਨ ਹੈ। ਕਰਤ ਮੋਖ ਜਿਮ ਗੰਗ ਹੈ। ਇਸ ਤਰੀਕੇ ਨਾਲ ਮੁਕਤੀ ਕਰ ਦਿੰਦਾ ਜੰਗ ਦਾ ਮੈਦਾਨ। ਕਲਗੀਧਰ ਜੀ ਕਹਿੰਦੇ ਜਿਵੇਂ ਕੋਈ ਗੰਗਾ ਦਾ ਇਸ਼ਨਾਨ ਕਰ ਲਵੇ ਤੇ ਭਵਜਲ ਤੋਂ ਤਰ ਜਾਂਦਾ ਏ। ਰਹਾਉ ਟਿਕਾਓ ਦੇ ਕੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ। ਅੱਗੇ ਸੁਣੋ ਖਾਲਸਾ ਜੀ। ਅਹੀਰੀ 60 ਸਹੰਸਰ ਸੁਤ ਦਾਨਵੇਸ। ਮਹਾਰਾਜ ਕਲਗੀਧਰ ਜੀ ਕਹਿੰਦੇ 60,000 ਦਾਨਵੇਸ ਵੀਰਨਾਥ ਦੇ ਸੁਤ ਪੁੱਤਰ ਨੇ। ਨਿਸਰਿਓ ਦਲਹਿ ਮੰਝਾਰ। ਉਹ ਆਪਣੇ ਦਲ ਵਿੱਚੋਂ ਨਿਕਲ ਕੇ ਇੱਕੇ ਵਾਰ ਫਿਰ ਜੰਗ ਦੇ ਮੈਦਾਨ ਵਿੱਚ ਆ ਟੁੱਟੇ ਨੇ, ਟੁੱਟ ਕੇ ਪੈ ਗਏ ਨੇ। ਇਤ ਦਿਸ ਨਿਸਰੇ ਇੰਦਰ ਸੁਤ। ਇਧਰਲੇ ਪਾਸਿਓ ਜਦੋਂ ਉਹਨਾਂ ਨੇ ਦੇਖਿਆ ਵੀ ਦੰਤਾਂ ਦੇ ਵੀਰਨਾਥ ਦੇ ਪੁੱਤਰ 60,000 ਦੀ ਗਿਣਤੀ ਵਿੱਚ ਆਪਣੇ ਦਲ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆ ਉਤਰੇ ਨੇ, ਤਾਂ ਇਧਰੋਂ ਫਿਰ ਇੰਦਰ ਦੇ ਜਿਹੜੇ ਸੁਤ ਪੁੱਤਰ ਸਨ ਉਹ ਵੀ ਮਹਾਰਾਜ ਕਲਗੀਧਰ ਜੀ ਕਹਿੰਦੇ ਆਪਣੀ ਦਿਸ਼ਾ ਤੋਂ ਆਪਣੇ ਦੇਵਤਿਆਂ ਦੇ ਦਲ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆ ਗਏ ਨੇ। ਇੰਦਰ ਸੁਤ ਵੀ ਇਕੱਠਾ ਏ ਤੇ ਸੁਤ ਦਾਨਵੇਸ ਵੀ ਇਕੱਠਾ ਏ। ਯੁੱਧ ਕਰਨ ਬਰਿਆਰ। ਸਾਹਿਬ ਜੀ ਕਹਿੰਦੇ ਨੇ ਬੜੇ ਬਲ ਵਾਲੇ ਯੁੱਧ ਕਰਨ ਵਾਸਤੇ ਆਏ ਹਨ। ਗਨ ਜੇ ਗਿਣਤੀ ਨਾਮ ਤਿਨ। ਮਹਾਰਾਜ ਸਾਹਿਬ ਜੀ ਕਹਿੰਦੇ ਆ ਖਾਲਸਾ ਜੀ ਜੇ ਮੈਂ ਉਹਨਾਂ ਦੇ ਨਾਵਾਂ ਦੀ ਗਿਣਤੀ ਨੂੰ ਗਿਣਾ, ਇੱਥੇ ਗਣੋ ਦੇ ਉੱਪਰ ਗੁਰੂ ਖਾਲਸਾ ਜੀ ਬਿੰਦੀ ਹੈ, ਜੇ ਮੈਂ ਉਹਨਾਂ ਦੇ ਨਾਵਾਂ ਨੂੰ ਗਿਣਨਾ ਕਰਾਂ
ਵੱਡਾ ਗ੍ਰੰਥ ਵਿਸਥਾਰ। ਤਾਂ ਗ੍ਰੰਥ ਬਹੁਤ ਵੱਧ ਜਾਵੇਗਾ ਤੇ ਗ੍ਰੰਥ ਦਾ ਬਹੁਤਾ ਵਿਸਤਾਰ ਹੋ ਜਾਵੇਗਾ। ਜਾਂ ਤੇ ਭਾਖਿਓ ਨਾਮ ਨਹਿ। ਇਸ ਵਾਸਤੇ ਉਹਨਾਂ ਸੂਰਮਿਆਂ ਦੇ ਮੈਂ ਨਾਮ ਤੁਹਾਨੂੰ ਕਹਿਣਾ ਨਹੀਂ ਕੀਤੇ। ਕਹਿਓ ਸੰਖੇਪ ਸੁਧਾਰ। ਸੰਖੇਪ ਰੂਪ ਦੇ ਵਿੱਚ ਹੀ ਕਥਾ ਸੁਧਾਰ ਕੇ ਤੁਹਾਨੂੰ ਕਹਿਓ ਕਹਿਣਾ ਕੀਤੀ ਹੈ। ਕੱਕਾ ਹਾਹੇ ਨੂੰ ਸਿਆਰੀ ਤੇ ਜਈਏ ਪੂਰੇ ਨੂੰ ਹੋੜਾ ਕਰ ਲੈਣਾ। ਆਏ ਦਲ ਤੇ ਨਿਸਰ ਭਟ। ਆਪਣੇ ਦਲ ਤੋਂ ਨਿਕਲ ਕਰਕੇ ਸੂਰਮੇ ਆਏ ਨੇ। ਦੇਵਤੇ ਆਪਣੇ ਦਲਾਂ ਵਿੱਚੋਂ, ਦੈਂਤ ਆਪਣੇ ਦਲਾਂ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆਏ ਨੇ। ਦੇਵ ਅਦੇਵ ਕੁਮਾਰ। ਦੇਵਤੇ ਤੇ ਅਦੇਵ ਕਹੀਏ ਦੈਂਤ। ਦੇਵਤਿਆਂ ਦੇਵ ਪੁੱਤਰ ਤੇ ਅਦੇਵ ਪੁੱਤਰ। ਕੁਮਾਰ ਦਾ ਅਰਥ ਪੁੱਤਰ ਹੈ। ਦੇਵ ਕੁਮਾਰ ਇੰਦਰ ਦੇ ਪੁੱਤਰ, ਅਦੇਵ ਕੁਮਾਰ ਵੀਰਯਨਾਥ ਦੇ ਪੁੱਤਰ। ਤੇ ਕੁਮਾਰ ਗੁਰੂ ਖਾਲਸਾ ਜੀ ਇੱਥੇ ਦਿੱਲੀ ਦੀਪਕ ਅਲੰਕਾਰ ਰੂਪ ਹੈ। ਜਿਵੇਂ ਦਹਲੀਜ ਵਿੱਚ ਰੱਖਿਆ ਹੋਇਆ ਦੀਵਾ ਅੰਦਰ ਵੀ ਪ੍ਰਕਾਸ਼ ਦਿੰਦਾ ਹੈ, ਬਾਹਰ ਵੀ ਦਿੰਦਾ ਹੈ, ਇਦਾਂ ਹੀ ਕੁਮਾਰ ਦਾ ਅਰਥ ਦੇਵ ਨਾਲ ਵੀ ਲੱਗੇਗਾ। ਦੇਵ ਕੁਮਾਰ ਇੰਦਰ ਸੁਤ ਤੇ ਅਦੇਵ ਕੁਮਾਰ ਵੀਰਯਨਾਥ ਦੇ ਪੁੱਤਰ, ਇਸ ਤਰ੍ਹਾਂ ਅਰਥ ਕਰ ਲੈਣਾ। ਇਹ ਨਿਕਲ ਕਰਕੇ ਦੇਵਤੇ ਆਪਣੇ ਦਲ ਵਿੱਚੋਂ ਬਾਹਰ ਆਏ ਨੇ ਜੰਗ ਦੇ ਮੈਦਾਨ ਵਿੱਚ। ਦੈਂਤ ਆਪਣੇ ਦਲ ਵਿੱਚੋਂ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਆਏ ਨੇ। ਏਕ ਲਛ ਸਹੰਸਰ ਬਿੰਸ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ 1 ਲੱਖ ਤੇ 20,000 ਗਿਣਤੀ ਹੈ ਸੂਰਮਿਆਂ ਦੀ ਸਾਰੀ ਹੀ। ਦਾਨੂ ਦੇਵ ਲੁਝਾਰ। ਜਿਹੜੇ ਲੁਝਾਰ ਲੁਝਣ ਵਾਸਤੇ ਦੇਵਤੇ ਤੇ ਦੈਂਤ ਆਏ ਨੇ ਜੰਗ ਦੇ ਮੈਦਾਨ ਵਿੱਚ। ਏਕ ਏਕ ਭਟ ਗਏ ਫਿਰ। ਹਾਂ, ਕੱਲੇ ਨਾਲ ਇਕੱਲਾ ਸੂਰਮਾ ਭਿੜ ਗਿਆ ਹੈ ਜੰਗ ਦੇ ਮੈਦਾਨ ਵਿੱਚ। ਭਾਵ ਜੰਗ ਆਰੰਭ ਹੋ ਗਿਆ ਤੇ ਕੱਲੇ ਨਾਲ ਕੱਲਾ ਭਿੜਨ ਲੱਗ ਪਿਆ ਏ। ਦਾਇਨ ਮਲ ਅਸਵਾਰ। ਹਾਂ, ਜਿਹੜੇ ਘੋੜਸਵਾਰ ਨੇ ਉਹ ਘੋੜਸਵਾਰੀ ਕਰਦੇ ਹੋਏ ਜੰਗ ਕਰਦੇ ਪਏ ਨੇ। ਜਿਹੜੇ ਪੈਦਲ ਸਵਾਰ ਨੇ ਉਹ ਮੱਲ ਕਹੀਏ ਪਹਿਲਵਾਨਾਂ ਵਾਲੇ, ਦਾਇਨ ਕਹੀਏ ਦਾ ਕਰਦੇ ਪਏ ਨੇ। ਇਹ ਮੱਲ ਅਧਿਕ ਦੇ ਨਾਲ ਬੋਲਿਆ ਜਾਵੇਗਾ। ਗਦਾ ਗੁਰਜ ਖੰਜਰ ਜਬਰ। ਹਾਂ, ਜਬਰ ਕਹੀਏ ਭਿਆਨਕ ਖੰਜਰ ਤੇ ਗੁਰਜ ਤੇ ਗਦਾ ਅਧਿਕ ਲੈ ਕਰਕੇ। ਗਦਾ ਨਾਮ ਛੋਟੀ ਗੁਰਜ ਦਾ ਏ ਤੇ ਗੁਰਜ ਨਾਮ ਵੱਡੇ ਗੁਰਜ ਦਾ ਏ। ਇਸ ਤਰੀਕੇ ਨਾਲ ਅਰਥ ਸਮਝ ਲੈਣਾ। ਬਾਹਤ ਬਿਬਦ ਹਥਿਆਰ। ਸਾਹਿਬ ਜੀ ਕਹਿੰਦੇ ਨਾਨਾ ਪ੍ਰਕਾਰ ਦੇ ਹਥਿਆਰ ਸੂਰਮੇ ਜੰਗ ਦੇ ਮੈਦਾਨ ਵਿੱਚ ਚਲਾਉਂਦੇ ਪਏ ਨੇ। ਅਹੀਰੀ ਗੁਆਰੇਰੀ ਪਿਲਚ ਪਿਲਚ ਗਏ ਭਟ ਪਟਨ। ਹਾਂ, ਸੂਰਮਿਆਂ ਦੇ ਨਾਲ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਭਿੜ ਗਏ ਹਨ। ਬਾਹਤ ਗੁਰਜ ਗਦਾ। ਮਹਾਰਾਜ ਕਲਗੀਧਰ ਜੀ ਕਹਿੰਦੇ ਗੁਰਜ ਤੇ ਗਦਾ ਆਦਿਕ ਬਾਉਂਦੇ ਪਏ ਨੇ। ਆੜ ਲੇਤ ਭਟ ਚਰਮ ਹੀ। ਆੜ ਆਸਰਾ ਲੈਂਦੇ ਪਏ ਨੇ। ਸੂਰਮੇ ਸ਼ਸਤਰਾਂ ਦੀ ਮਾਰ ਤੋਂ ਬਚਣ ਵਾਸਤੇ ਚਰਮ ਮੈਨੇ ਢਾਲੇ ਦਾ ਹੀ ਨਾਮ ਨਿਸ਼ਚੇ ਕਰਕੇ। ਪ੍ਰਮੁਦਿਤ ਹਰਖ ਮੁਦਾ। ਸਾਹਿਬ ਜੀ ਕਹਿੰਦੇ ਜਿਹੜੇ ਸੂਰਮੇ ਨੇ ਉਹ ਬੜੇ ਪ੍ਰਮੁਦਿਤ ਖੁਸ਼ ਨੇ। ਉਹਨਾਂ ਦਾ ਹਿਰਦਾ ਵੀ ਖੁਸ਼ ਹੈ, ਉਹਨਾਂ ਦਾ ਤਨ ਵੀ ਖੁਸ਼ ਹੈ। ਮੁਦਾ ਨਾਮ ਵੀ ਗੁਰੂ ਖਾਲਸਾ ਜੀ ਖੁਸ਼ ਦਾ ਹੀ ਹੈ। ਤਨ ਮਨ ਤੇ ਬਾਣੀ ਕਰਕੇ ਸੂਰਮੇ ਖੁਸ਼ ਨੇ। ਪਾਸੀ ਪਰਸ ਚਲਾਵਹੀ। ਹਾਂ, ਕੁਝ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਪਰਸ ਕੁਹਾੜਾ ਤੇ ਕੁਝ ਸੂਰਮੇ ਫਾਹੀਆਂ ਚਲਾਉਂਦੇ ਪਏ ਨੇ। ਗੋਫਨ ਤਿਸ਼ ਕਦਾ। ਹਾਂ, ਕੁਝ ਸੂਰਮੇ ਗੋਫਨ ਗੁਰੂ ਖਾਲਸਾ ਜੀ ਗੁਲੇਲੇ ਨੂੰ ਕਹਿੰਦੇ ਨੇ। ਗੁਲੇਲੇ ਵਰਗਾ ਹਥਿਆਰ ਹੁੰਦਾ ਗੋਪੀਆ। ਆਮ ਗੁਰੂ ਖਾਲਸਾ ਜੀ ਫਸਲਾਂ ਦੇ ਵਿੱਚੋਂ ਕਾਂ ਉਡਾਉਣ ਵਾਸਤੇ ਪੁਰਾਣੇ ਬਜ਼ੁਰਗ ਵਰਤਦੇ ਹੁੰਦੇ ਸੀ ਗੋਪੀਆ, ਉਹਨੂੰ ਗੋਪਨ ਕਹਿੰਦੇ ਨੇ। ਕੁਝ ਗੁਰੂ ਖਾਲਸਾ ਜੀ ਗੋਪੀਏ ਦੇ ਵਿੱਚ ਪੱਥਰ ਰੱਖ ਰੱਖ ਕੇ ਚਲਾਉਂਦੇ ਪਏ ਨੇ। ਤੇ ਤਿਛ ਕਦਾ। ਕਦਾ ਗੁਰੂ ਖਾਲਸਾ ਜੀ ਕਤਲ ਕਰਨ ਦਾ ਵੀ ਹੈ ਤੇ ਕਦਾ ਨਾਮ ਜੱਦੋ ਜਹਿਦ ਕਰਨ ਦਾ ਵੀ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇੰਜ ਬਾਹਲੇ ਕਤਲ ਕਰਨ ਵਾਲੇ ਤਿੱਖੇ ਹਥਿਆਰ ਸੂਰਮੇ ਚਲਾਉਂਦੇ ਪਏ ਨੇ।
ਏਦਾਂ ਤਿੱਖੇ ਹਥਿਆਰ ਚਲਾ ਕੇ ਸੂਰਮੇ ਕਦਾ ਜੱਦੋ ਜਹਿਦ ਕਰਦੇ ਪਏ ਨੇ। ਦਾਵ ਪੇਚ ਬਹੁ ਭਾਂਤ ਹੀ। ਹਾਂ, ਸਾਹਿਬ ਜੀ ਕਹਿੰਦੇ ਨੇ ਸੂਰਮੇ ਬਹੁ ਭਾਂਤਾਂ ਨਾਲ ਦਾ ਪੇਚ ਕਰਦੇ ਪਏ ਨੇ। ਦੈ ਦੈ ਬੰਬ ਸਦਾ। ਵਜਾ ਵਜਾ ਕਰਕੇ ਬੰਬ ਨਗਾਰੇ ਤੇ ਸਦਾ ਮੈਨੇ ਆਵਾਜ਼ ਕਰ ਕਰਕੇ। ਸਦਾ ਗੁਰੂ ਖਾਲਸਾ ਜੀ ਸਦਾ ਨੂੰ ਕਹਿੰਦੇ ਨੇ। ਸਦਾ ਨਾਮ ਆਵਾਜ਼ ਦਾ ਹੈ, ਜਾਂ ਸਦ ਗੁਰੂ ਖਾਲਸਾ ਜੀ ਸੈਂਕੜਿਆਂ ਨੂੰ ਵੀ ਕਹਿੰਦੇ ਹੈ। ਅਨੁਪਰਾਸ ਵਾਸਤੇ ਸਦਾ ਲਿਖਿਆ ਏ, ਇਸ ਲਈ ਮੁੱਖ ਅਰਥ ਦੇ ਵਿੱਚ ਸਦਾ ਪੋਲਾ ਬੋਲਿਆ ਜਾਏਗਾ। ਤੇ ਸਦਾ ਕਹੀਏ ਸੈਂਕੜੇ ਹੀ, ਬੰਬ ਕਹੀਏ ਨਗਾਰੇ ਵਜਾ ਵਜਾ ਕੇ ਸੂਰਮੇ ਭਿੜਦੇ ਪਏ ਨੇ। ਦੈ ਦੈ ਮੈਨੇ ਵਜਾ ਵਜਾ ਕਰਕੇ। ਪਛਾਰ ਪਛਾਰ ਭਟ ਜਾਵਹੀ। ਹਾਂ, ਪਛਾੜ 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 ਕੇ ਇੱਕ ਦੂਜੇ ਨੂੰ ਸੂਰਮੇ ਜੰਗ ਦੇ ਮੈਦਾਨ ਵਿੱਚ ਅਗਾਂਹ ਲੰਘਦੇ ਜਾਂਦੇ ਨੇ। ਜਿਵੇਂ ਚੰਗਾ ਤਰਾਕੂ ਨਦੀ ਨੂੰ ਤਰ ਤਰ ਕੇ ਅਗਾਂਹ ਨੂੰ ਲੰਘਦਾ ਜਾਂਦਾ ਹੈ ਸਮੁੰਦਰ ਦੀ ਤਰਫ ਨੂੰ। ਦੇਵ ਅਦੇਵਨ ਦਾ। ਇਸ ਤਰੀਕੇ ਨਾਲ ਦੇਵਤਿਆਂ ਤੇ ਦੈਂਤਾਂ ਦਾ ਯੁੱਧ ਹੋ ਰਿਹਾ ਹੈ। ਉਠ ਉਠ ਬਹੁਰ ਹਕਾਰਹੀ। ਜਿਹੜੇ ਸੂਰਮੇ ਸ਼ਸਤਰਾਂ ਦੇ ਨਾਲ ਕੱਟੇ ਜਾਂਦੇ, ਧਰਤੀ ਤੇ ਵਿਛ ਜਾਂਦੇ ਨੇ, ਉਹ ਬਲ ਕਰਕੇ ਫੇ ਉੱਠਦੇ ਨੇ ਤੇ ਉੱਠ ਕਰਕੇ ਇੱਕ ਦੂਜੇ ਨੂੰ ਵੰਗਾਰਦੇ ਨੇ। ਪਿਲਚਤ ਠੋਕ ਤਦਾ। ਤਦਾ ਮੈਨੇ ਉਦੋਂ, ਤੇ ਪਿਲਚਿਤ ਮੈਨੇ ਚੁੰਬੜਦੇ ਨੇ ਇੱਕ ਦੂਜੇ ਨੂੰ, ਤੇ ਬਾਹਾਂ ਨੂੰ ਠੋਕਦੇ ਨੇ ਸੂਰਮੇ। ਬਾਹਾਂ ਠੋਕਦੇ ਨੇ ਉਦੋਂ, ਤੇ ਇੱਕ ਦੂਜੇ ਨੂੰ ਚੰਬੜ ਚੰਬੜ ਕੇ ਜੰਗ ਕਰਦੇ ਨੇ। ਲਾਤ ਮੁਸ਼ਟ ਪਰਹਾਰਹੀ। ਸਾਹਿਬ ਜੀ ਕਹਿੰਦੇ ਲੱਤਾਂ ਤੇ ਮੁੱਕੀਆਂ ਮਾਰਦੇ ਪਏ ਨੇ ਸੂਰਮੇ ਇੱਕ ਦੂਜੇ ਦੇ ਤਾਈ। ਗਦਾ ਗ੍ਰਿਸ਼ਟ ਮਦਾ। ਤੇ ਮਦਾ ਮੈਨੇ ਉਸਤਤ ਕਰਨੇ ਜੋਗ। ਗ੍ਰਿਸ਼ਟ ਮੈਨੇ ਭਾਰੀ ਗਦਾ ਸੂਰਮੇ ਚਲਾਉਂਦੇ ਪਏ ਨੇ, ਜਿਨ੍ਹਾਂ ਗਦਾ ਦੀ ਬੜੀਆਂ ਉਸਤਤਾਂ ਕੀਤੀਆਂ ਜਾਂਦੀਆਂ ਨੇ। ਜਿਵੇਂ ਗੁਰੂ ਖਾਲਸਾ ਜੀ ਮਾਤਾ ਭਾਗੋ ਜੀ ਦੇ ਸਥਾਨ ਦੇ ਉੱਪਰ ਇੱਕ ਪੁਰਾਣੀ ਜੰਗੀ ਬੰਦੂਕ ਹੈ। ਉਹ ਗੁਰੂ ਖਾਲਸਾ ਜੀ ਐਸੀ ਬੰਦੂਕ ਹੈ, ਉਹ ਹੇਠਾਂ ਰੱਖੀ ਹੈ ਤੇ ਛੱਤ ਨੂੰ ਜਾ ਕੇ ਉਹਦੀ ਨਾਲੀ ਲੱਗਦੀ ਹੈ। ਮਾਤਾ ਭਾਗੋ ਜੀ ਉਹ ਤੋਪ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਚਲਾਉਂਦੇ ਰਹੇ ਮੁਕਤਸਰ ਸਾਹਿਬ ਦੀ ਧਰਤੀ ਤੇ। ਗੁਰੂ ਕੇ ਖਾਲਸੇ ਵੀ ਉਹ ਤੋਪ ਨੂੰ ਵਰਤਦੇ ਰਹੇ ਤੇ ਉਹਦੀਆਂ ਉਸਤਤਾਂ ਕੀਤੀਆਂ ਜਾਂਦੀਆਂ ਨੇ। ਜਦੋਂ ਕੋਈ ਸੱਚਖੰਡ ਹਜ਼ੂਰ ਸਾਹਿਬ ਜਾਂਦਾ ਏ ਤੇ ਕਹਿੰਦੇ ਨੇ ਧੰਨ ਹੈ ਗੁਰੂ ਕੇ ਸਿੰਘ, ਧੰਨ ਮਾਤਾ ਜੀ, ਜਿਹੜਾ ਐਸੇ ਸ਼ਸਤਰ ਚੁੱਕ ਕਰਕੇ ਜੰਗ ਦੇ ਮੈਦਾਨ ਵਿੱਚ ਚਲਾਉਂਦੇ ਰਹੇ। ਇਸੇ ਤਰ੍ਹਾਂ ਜਿਹੜੀਆਂ ਬੜੀਆਂ ਭਾਰੀਆਂ ਗੁਰਜਾਂ ਸਨ, ਜਿਨ੍ਹਾਂ ਦੀ ਉਸਤਤ ਕਰਦੇ ਸਨ ਲੋਕ, ਵੀ ਇਹ ਬੜੀਆਂ ਭਾਰੀਆਂ ਨੇ, ਕੋਈ ਸੂਰਮਾ ਇਹਨੂੰ ਚੁੱਕੇਗਾ, ਉਹ ਸੈਂਕੜਿਆਂ ਵਿੱਚੋਂ ਕੋਈ ਇੱਕ ਸੂਰਮਾ ਹੋਵੇਗਾ ਜਿਹੜਾ ਇਹਨਾਂ ਨੂੰ ਚੁੱਕਣੇ ਯੋਗ ਹੋਵੇ। ਐਸੀਆਂ ਉਸਤਤ ਕਰਾਉਣੇ ਯੋਗ ਜਿਹੜੀਆਂ ਭਾਰੀ ਗਦਾ ਨੇ, ਉਹ ਸੂਰਮੇ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਵਿੱਚ ਲਾਉਂਦੇ ਪਏ ਨੇ। ਮੁਦਗਰ ਮੂਸਲ ਠੋਕ ਹੀ। ਹਾਂ, ਮੁਦਗਰ ਨਾਮ ਡੰਡਿਆਂ ਦਾ, ਤੇ ਮੂਸਲੇ ਘੋਟ ਨੇ, ਮੂੰਗਲੀਆਂ ਫੜ ਫੜ ਕੇ ਸੂਰਮੇ ਇੱਕ ਦੂਜੇ ਦੇ ਠੋਕਦੇ ਪਏ ਨੇ। ਕਾਇਨ ਦਾਏ ਅਦਾ। ਅਦਾ ਮੈਨੇ ਹੁੰਦਾ ਢੰਗ। ਅਦਾਇਤ ਫਾਰਸੀ ਦਾ ਸ਼ਬਦ ਹੈ, ਢੰਗ ਤਰੀਕਾ। ਤੇ ਦਾਏ ਦਾ ਦੇ ਨਾਲ, ਢੰਗ ਦੇ ਨਾਲ ਇੱਕ ਦੂਜੇ ਦੇ ਘਾਇਨ ਵਾਰ ਮਾਰਦੇ ਨੇ, ਇੱਕ ਦੂਜੇ ਨੂੰ ਜ਼ਖਮੀ ਕਰਦੇ ਹਨ। ਗੋਜਰੀ ਆਹੀਰੀ ਸਿਲਹ ਸੰਜੋਆ ਨ ਫੂਟਹੀ। ਸਾਹਿਬ ਜੀ ਕਹਿੰਦੇ ਜਦੋਂ ਦਾ ਘਾਹ ਦੇ ਨਾਲ ਸੂਰਮੇ ਮਾਰਦੇ ਆ ਨਾ ਸ਼ਸਤਰ, ਤੇ ਉਸ ਵਕਤ ਸੂਰਮਿਆਂ ਦੀਆਂ ਜਿਹੜੀਆਂ ਸੰਜੋਆਂ ਨੇ, ਸਿਲਹ ਨਾਮ ਵੀ ਸੰਜੋ ਦਾ ਹੀ ਹੈ, ਸੰਜੋਣ ਦਾ ਅਰਥ ਵੀ ਸੰਜੋ ਹੀ ਹੈ। ਇੱਕ ਗੁਰੂ ਖਾਲਸਾ ਜੀ ਜਾਲੀਦਾਰ ਸੰਜੋਆਂ ਹੁੰਦੀਆਂ ਨੇ, ਇੱਕ ਲੋਹੇ ਦੀਆਂ ਸਾਬਤ ਸੰਜੋਆਂ ਹੁੰਦੀਆਂ ਨੇ। ਦੋਨੇ ਪ੍ਰਕਾਰ ਦੀਆਂ ਸੰਜੋਆਂ ਫੂਟ ਹੀ ਟੁੱਟ ਜਾਂਦੀਆਂ ਨੇ। ਭਗਤਰ ਜਿਰਹਿ ਸਿਲਾਹ। ਭਗਤਰ ਨਾਮ ਵੀ ਸੰਜੋ ਦਾ ਹੀ ਹੈ, ਜੋ ਮੂੰਹ ਦੇ ਉੱਪਰ ਪਾਈ ਜਾਂਦੀ ਹੈ। ਜਿਰਹਾ ਨਾਮ ਵੀ ਸੰਜੋ ਦਾ ਹੀ ਹੈ। ਸਲਾਰ ਵੀ ਸੰਜੋ ਨੂੰ ਹੀ ਕਹਿੰਦੇ ਨੇ। ਇਹ ਟੁੱਟ ਜਾਂਦੀਆਂ ਨੇ ਜਦੋਂ ਸੂਰਮੇ ਜੁਗਤੀ ਪੂਰਵਕ ਸ਼ਸਤਰ ਚਲਾਉਂਦੇ ਨੇ। ਕੌਚ ਅੰਗ ਸਭ ਵਿਦ ਗਏ। ਕੌਚ ਕਵਚ ਸਾਰੇ ਅੰਗਾਂ ਤੇ ਜਿਹੜੇ ਪਾਏ ਸਨ ਸੂਰਮਿਆਂ ਨੇ, ਤੀਰ ਲੱਗਣੇ ਕਰਕੇ ਉਹ ਸਾਰੇ ਵਿਦ ਗਏ, ਵਿੰਨੇ ਗਏ ਹਨ। ਕਾਇਨ ਘਾਏ ਉਸ਼ਾਹ। ਘਾਏ ਵਾਰਾਂ ਨੂੰ, ਜ਼ਖਮਾਂ ਨੂੰ
ਉਤਸ਼ਾਹ ਦੇ ਨਾਲ ਸੂਰਮੇ ਘਾਇਨ ਮਾਰਦੇ ਪਏ ਹਨ। ਤਦਿਅਪ ਨਾ ਛਾੜਤ ਭਟਨ ਭਟ। ਹਾਂ ਤਾਂ ਵੀ ਸੂਰਮਿਆਂ ਨੂੰ ਛੱਡਦੇ ਨਹੀਂ। ਇੰਨਾ ਜੰਗ ਮਚਿਆ, ਇਹ ਸੰਜੂਆਂ ਟੁੱਟ ਗਈਆਂ ਨੇ। ਸੂਰਮੇ ਅਦਾਇਤ ਨਾਲ ਦਾ ਘਾ ਨਾਲ ਘਾਇਨ ਮਾਰਦੇ ਨੇ ਤੇ ਉਤਸ਼ਾਹ ਦੇ ਨਾਲ ਸੂਰਮੇ ਘਾਏ ਵਾਰਾਂ ਨੂੰ ਮਾਰਦੇ ਪਏ ਨੇ। ਤਾਂ ਵੀ ਜੰਗ ਦੇ ਮੈਦਾਨ ਨੂੰ ਸੂਰਮੇ ਛੱਡਦੇ ਨਹੀਂ, ਜੰਗ ਦੇ ਮੈਦਾਨ ਵਿੱਚ ਭਿੜਦੇ ਪਏ ਨੇ। ਛਾੜਤ ਤੱਤੇ ਨੂੰ ਸਿਹਾਰੀ ਹੈ, ਛੱਛੇ ਨੂੰ ਨਹੀਂ। ਇਹ ਠੀਕ ਕਰ ਲੈਣਾ ਜੀ। ਪਿਲਚ ਸਮੂਹਾਹ। ਸਾਹਮਣੇ ਆ ਕਰਕੇ ਸੂਰਮੇ ਭਿੜਦੇ ਪਏ ਨੇ ਚੰਬੜ ਕੇ। ਭੇਰ ਮੱਲਹ ਗਏ। ਭਿਰ ਮੈਨੇ ਭਿੜ ਕਰਕੇ। ਤੀਸਰੇ ਭਿਰ ਦਾ ਅਰਥ ਹੈ ਮਰ। ਮੱਲਹ ਮੈਨੇ ਸੂਰਮੇ ਜਿਹੜੇ ਹੈ ਨਾ, ਉਹ ਭਿੜ ਕੇ ਜੰਗ ਦੇ ਮੈਦਾਨ ਵਿੱਚ ਭਿੜ ਗਏ ਨੇ, ਭਾਵ ਮਰ ਗਏ ਹਨ। ਖੇਲ ਧਮਾਰ ਉਮਾਹ। ਸਾਹਿਬ ਜੀ ਕਹਿੰਦੇ ਮਾਨੋ ਸੂਰਮੇ ਉਮਾਹ ਉਤਸ਼ਾਹ ਦੇ ਨਾਲ ਜੰਗ ਨਾ ਕਰਦੇ ਪਏ ਹੋਣ, ਇਹ ਧਮਾਰ ਦੀ ਲੁੱਡੀ ਦੀ ਖੇਡਦੇ ਪਏ ਹੋਣ। ਤਰ ਇੰਚਤ ਫੇਂਟ ਹੀ ਮੈਨੇ ਪੇਟੀਆਂ ਤੋਂ ਧਰ ਮੈਨੇ ਫੜ ਕੇ ਸੂਰਮੇ ਇੱਕ ਦੂਜੇ ਨੂੰ ਇੰਚਤ ਮੈਨੇ ਖਿੱਚਦੇ ਪਏ ਹਨ। ਕਮਰ ਬੰਦ ਗੱਜ ਗਾਹ। ਜਿਹਦੇ ਹੱਥ ਵਿੱਚ ਕਮਰ ਬੰਦ ਕਮਰ ਕੱਸੇ ਆ ਜਾਂਦੇ ਨੇ, ਉਹ ਕਮਰ ਕੱਸੇ ਤੋਂ ਫੜ ਲੈਂਦਾ ਇੱਕ ਦੂਜੇ ਨੂੰ। ਜਿਹਦੇ ਹੱਥ ਵਿੱਚ ਗਜਗਾ, ਇੱਕ ਕਲਗੀ ਨੂੰ ਕਹਿੰਦੇ ਨੇ, ਜਿਹੜੀ ਸਿਰ ਦੇ ਉੱਪਰ ਗੁਰੂ ਖਾਲਸਾ ਜੀ ਲਗਾਈ ਜਾਂਦੀ ਹੈ, ਜਿਹਦੇ ਹੱਥ ਵਿੱਚ ਗਜਗਾ ਆ ਜਾਂਦੀ ਹੈ, ਉਹ ਗੁਰੂ ਖਾਲਸਾ ਜੀ ਗਜਗਾ ਤੋਂ ਪਕੜ ਕੇ ਸੂਰਮੇ ਨੂੰ ਧਰਤੀ ਤੇ ਰੋਲ ਦਿੰਦਾ ਏ। ਦਾਵ ਪੇਚ ਪਟਕਤ ਪੋਹਮ। ਦਾ ਘਾ ਕਰਕੇ ਪਟਕਾ ਕੇ ਮਾਰਦੇ ਨੇ, ਪੋਹ ਨਾਮ ਧਰਤੀ ਦਾ ਏ। ਸੂਰਨ ਤੇ ਪੇਚ ਨਾਮ ਗੁਰੂ ਖਾਲਸਾ ਜੀ ਵਿੰਗੇ ਦਾ ਹੁੰਦਾ ਏ। ਟੇਢੇ ਮੇਢੇ ਦਾ ਘਾ ਕਰਕੇ। ਸੂਰਨ ਬਹਸਾ। ਮਹਾਰਾਜ ਕਲਗੀਧਰ ਜੀ ਕਹਿੰਦੇ ਏਦਾਂ ਸੂਰਮਿਆਂ ਨਾਲ ਹੱਸਦੇ ਪਏ ਨੇ। ਦਾ ਟੇਢੇ ਦਾ ਘਾ ਕਰਕੇ ਧਰਤੀ ਤੇ ਪਟਕਾ ਕੇ ਮਾਰਦੇ ਇੱਕ ਦੂਜੇ ਨੂੰ, ਫਿਰ ਹੱਸਦੇ ਨੇ। ਕਹਿੰਦੇ ਉਹ ਗਿਆ ਈ, ਵੇਖ ਕਿਦਾਂ ਠਿਲਦਾ ਜਾਂਦਾ ਧਰਤੀ ਤੇ। ਮੈਨੇ ਨਾਲ ਹਸਾਹ ਮੈਨੇ ਹੱਸਦੇ ਨੇ। ਸੂਰਮਿਆਂ ਨਾਲ ਏਦਾਂ ਹੱਸਦੇ ਨੇ ਤੇ ਬਹਸਾਹ ਮੈਨੇ ਬਹਿਸਦੇ ਨੇ। ਇਸ ਤਰ੍ਹਾਂ ਸੂਰਮਿਆਂ ਨਾਲ ਸੂਰਮੇ, ਬਹਸਾਹ ਮੈਨੇ ਬਹਿਸਦੇ ਨੇ। ਏਦਾਂ ਇਕੱਠਾ ਪਾਠ ਦੂਸਰਾ ਏ। ਪੁੰਨ ਦਾਬ ਸੰਭਾਰਹੀ। ਜਿਹੜੇ ਧਰਤੀ ਉੱਪਰ ਡਿੱਗ ਪੈਂਦੇ ਨੇ, ਉਹ ਫਿਰ ਉੱਠ ਕੇ ਦਾਬ ਸੰਭਾਲਦੇ ਨੇ ਤੇ ਸੰਭਾਲ ਕੇ ਜੰਗ ਦੇ ਮੈਦਾਨ ਵਿੱਚ ਕੁੱਦ ਪੈਂਦੇ ਨੇ। ਉੱਠ ਧੁੰਮਾ ਪਾਹ। ਉੱਠ ਕੇ ਮਹਾਰਾਜ ਕਹਿੰਦੇ ਜੰਗ ਦੇ ਮੈਦਾਨ ਵਿੱਚ ਸੂਰਮੇ ਧੁੰਮਾਂ ਪਾਈ ਜਾਂਦੇ ਨੇ। ਕਲਗੀਧਰ ਜੀ ਕਹਿੰਦੇ ਨੇ ਉਸ਼ਰ ਮਲ ਭੇੜਹੀ। ਉਛਲ ਕੇ ਸੂਰਮੇ ਭਿੜਦੇ ਪਏ ਨੇ ਇੱਕ ਦੂਜੇ ਨਾਲ। ਪਟਕਨ ਦੇਵ ਦੁਬਾਹ ਦੋਨਾਂ ਬਾਹਾਂ ਤੋਂ ਹੀ ਦੇਵ ਦੇਵਤੇ ਤੇ ਦੈਂਤ ਜਿਹੜੇ ਨੇ, ਉਹ ਪਟਕਨ ਇੱਕ ਦੂਜੇ ਨੂੰ ਪਟਕਾ ਕੇ ਧਰਤੀ ਤੇ ਮਾਰਦੇ ਪਏ ਨੇ, ਸੁੱਟਦੇ ਪਏ ਨੇ। ਬੇਸਨ ਪਦ ਰਾਗ ਦੇਵ ਕਰੀ ਸ਼ਾਂਤ। ਕਰਤ ਬੀਤਿਓ ਮਾਸ ਦੁਆਦਸ। ਮਹਾਰਾਜ ਕਲਗੀਧਰ ਜੀ ਕਹਿੰਦੇ ਏਦਾਂ ਜੰਗ ਕਰਦਿਆਂ 12 ਮਹੀਨੇ ਬਤੀਤ ਹੋ ਗਏ। ਦੇਵ ਦਾਨੂ ਸਮਰਹੇ। ਦੇਵਤਿਆਂ ਤੇ ਦੰਤਾਂ ਨੂੰ ਜੰਗ ਕਰਦਿਆਂ ਹੋਇਆਂ। ਪਿਰੇ ਜੋਧਨ ਮਲ ਦਾਇਨ। ਹਾਂ, ਜਿਹੜੇ ਸੂਰਮੇ ਨੇ ਪਹਿਲਵਾਨਾਂ ਵਾਲੇ ਦਾ ਕਰਕੇ ਭਿੜੇ ਨੇ। ਬ੍ਰਿਜਨਾਦ ਪੁੱਤਰਨ ਗੱਬਰਹੇ। ਜਿਹੜੇ ਬ੍ਰਿਜਨਾਦ ਦੇ ਗੱਬਰ ਭਾਰੀ ਪੁੱਤਰ ਨੇ। ਸੁਨਤ ਬਾਸਵ ਜੁਧ ਇਧਰ ਸੁਨਤ ਮੈਨੇ ਪੁੱਤਰ, ਬਾਸੋ ਮੈਨੇ ਇੰਦਰ ਦਿਆਂ ਪੁੱਤਰਾਂ ਨੇ ਵੀ ਇਧਰ ਜੰਗ ਜਿਹੜਾ ਹੈ ਉਹ ਆਰੰਭਣਾ ਕੀਤਾ ਹੈ। ਇਹ ਗੁਰੂ ਖਾਲਸਾ ਜੀ ਸੁਨਤ ਬਾਸਵ ਆਇਆ ਹੈ ਪਾਠ। ਤੇ ਸੁਨਤ ਗੁਰੂ ਖਾਲਸਾ ਜੀ, ਇਹ ਸੂਣ ਮੂਲ ਸ਼ਬਦ ਹੁੰਦਾ ਏ ਸੰਸਕ੍ਰਿਤ ਭਾਸ਼ਾ ਦਾ। ਉਹਦੇ ਵਿੱਚ ਸੂਣ ਗੁਰੂ ਖਾਲਸਾ ਜੀ ਪੁੱਤਰ ਨੂੰ ਕਹਿੰਦੇ ਨੇ ਤੇ ਸੂਣ ਤੋਂ ਇੱਥੇ ਸੁਨਤ ਬਣ ਗਿਆ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜੋ ਬਾਸਵ ਇੰਦਰ ਦੇ ਸੁਨਤ ਮੈਨੇ ਪੁੱਤਰ
ਉਹਨਾਂ ਨੇ ਜੰਗ ਦੇ ਮੈਦਾਨ ਨੂੰ ਆਰੰਭਣਾ ਕੀਤਾ ਏ। ਤੁਮਲ ਦੇਵਨ ਅਮਰਹਿ। ਹਾਂ, ਤੁਮਲ ਮੁਕੀਆਂ ਵਾਲਾ ਯੁੱਧ ਦੇਵਤਿਆਂ ਨੇ, ਜੋ ਅਮਰ ਦੇਵਤੇ ਨੇ, ਉਹਨਾਂ ਨੇ ਆਰੰਭਣਾ ਕੀਤਾ ਏ। ਨਾ ਟਰਤ ਕੌਨਹੁ ਮਲ ਦਾਇਨ। ਸਾਹਿਬ ਜੀ ਕਹਿੰਦੇ ਕੋਈ ਵੀ ਮਲ ਦਾਇਨ ਪਹਿਲਵਾਨਾਂ ਵਾਲੇ ਦਾ ਕਰਨ ਤੋਂ ਟਲਦਾ ਨਹੀਂ। ਅਸੁਰ ਬਲ ਕਰ ਜਬਰਹਿ। ਅਸੁਰ ਜਿਹੜੇ ਦੇਵਤੇ ਨੇ ਉਹ ਬਲ ਕਰਕੇ, ਜਬਰ ਮੈਨੇ ਭਾਰੀ ਬਲ ਕਰਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਪਏ ਨੇ। ਨਾ ਟਰਤ ਕੌਨਹੁ, ਹਾਹੇ ਨੂੰ ਔਂਕੜ ਦੇ ਉੱਤੇ ਟਿੱਪੀ, ਮਲ ਦਾਇਨ ਅਸੁਰ ਬਲ ਕਰ ਜਬਰਹਿ। ਇਸ ਤਰ੍ਹਾਂ ਪੰਕਤੀ ਦਾ ਪਾਠ ਹੈ। ਦੂਜਾ ਗੁਰੂ ਖਾਲਸਾ ਜੀ ਸਵਾਮੀ ਹਰਨਾਮ ਦਾਸ ਜੀ ਨੇ ਵੀ ਸੁਨਤ ਬਾਸਵ ਜੁੱਧ ਠਟਿਓ ਇਸ ਤਰ੍ਹਾਂ ਅਰਥ ਵੀ ਮੰਨਿਆ ਹੈ। ਸੁਨਤ ਮੈਨੇ ਲੋਕ ਸੁਣਦੇ ਹਨ ਕਿ ਮੌਤ ਤੋਂ ਰਹਿਤ ਦੇਵਤਿਆਂ ਅਤੇ ਇੰਦਰ ਨੇ ਭਾਰੀ ਜੰਗ ਦੈਂਤਾਂ ਦੇ ਨਾਲ ਆਰੰਭਿਆ ਹੈ। ਪਰ ਗੁਰੂ ਖਾਲਸਾ ਜੀ ਸੁਨਤ ਫਾਰਸੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਸੂਨ ਤੋਂ ਬਣਿਆ। ਸੂਨ ਦਾ ਅਰਥ ਪੁੱਤਰ ਹੁੰਦਾ ਏ। ਬਾਸਵ ਸੁਨਤ ਬਾਸਵ ਦੇ ਪੁੱਤਰ, ਇਸ ਤਰ੍ਹਾਂ ਅਰਥ ਕਰਨਾ ਹੈ। ਉੱਪਰ ਬੀਰਜਨਾਥ ਦੇ ਪੁੱਤਰਾਂ ਦੀ ਗੱਲ ਆਈ ਹੈ ਤੇ ਥੱਲੇ ਇੰਦਰ ਦੇ ਪੁੱਤਰਾਂ ਦੀ ਗੱਲ ਆ ਗਈ। ਇਸ ਤਰ੍ਹਾਂ ਪ੍ਰਕਰਨ ਵੀ ਪੂਰਾ ਹੋ ਜਾਂਦਾ ਏ। ਲਾਤ ਮੁਸ਼ਟਨ ਘਾਏ ਸੁਸ਼ਟਨ ਮੈਨੇ ਅਤਿਅੰਤ ਪ੍ਰਸ਼ੰਸਾ ਵਾਲੇ ਜਿਹੜੇ ਸੂਰਮੇ ਨੇ, ਉਹ ਲੱਤਾਂ ਤੇ ਮੁੱਕੀਆਂ ਦੇ ਨਾਲ ਘਾਏ ਵਾਰ ਮਾਰਦੇ ਪਏ ਨੇ, ਘਾਏ ਜ਼ਖਮ ਮਾਰਦੇ ਪਏ ਨੇ, ਜਾਂ ਲੱਤਾਂ ਤੇ ਮੁੱਕੀਆਂ ਦੇ ਨਾਲ ਇੱਕ ਦੂਜੇ ਨੂੰ ਮਾਰਦੇ ਪਏ ਨੇ। ਘਾਏ ਮੈਨੇ ਮਾਰਦੇ ਪਏ ਨੇ। ਸੁਸ਼ਟਨ ਮੈਨੇ ਜੋ ਅਤਿਅੰਤ ਪ੍ਰਸ਼ੰਸਾ ਵਾਲੇ, ਪ੍ਰਸ਼ੰਸਾ ਦੇ ਯੋਗ ਸੂਰਮੇ ਨੇ। ਗੁਰਜ ਜਮਦਰ ਤਬਰਹਿ। ਹਾਂ, ਗੁਰਜ ਜਮਦਰ ਕਟਾਰਾਂ ਤੇ ਤਬਰ ਨਾਮ ਗੁਰੂ ਖਾਲਸਾ ਜੀ ਕੁਹਾੜਿਆਂ ਦਾ ਈ। ਪਿਰਤ ਏਕ ਹੈ ਏਕ ਭਿੰਨ ਭਿੰਨ। ਇਕੱਲੇ ਨਾਲ ਇਕੱਲਾ ਸੂਰਮਾ ਭਿੜਦਾ ਪਿਆ ਏ। ਤ੍ਰਿਪਤਾਹੇ ਨਾ ਰਨ ਝਗਰਹਿ। ਜੰਗ ਦੇ ਮੈਦਾਨ ਦੇ ਵਿੱਚ ਝਗੜਾ ਕਰਦਿਆਂ ਕੋਈ ਵੀ ਸੂਰਮਾ ਰੱਜਦਾ ਨਹੀਂ ਪਿਆ, ਸਗੋਂ ਗਾਂਹ ਵੱਧ ਕੇ ਝਗੜਾ ਕਰਦੇ ਪਏ ਨੇ। ਬੇਸਨ ਪਾਦ ਸ਼ਾਂਦ ਦੇਵ ਕਰੀ ਤਰਹਿ ਦੂਜੀ। ਪਾਏ ਸ਼੍ਰਮਿਤ ਦੋਹਾਂ ਦੇਸ। ਦੋਨਾਂ ਹੀ ਦਿਸ਼ਾਵਾਂ ਵਿੱਚ ਸੂਰਮੇ ਭਾਵੇਂ ਥੱਕ ਗਏ ਨੇ। ਨਹਿ ਟਰਤ ਛਾੜਤ ਜੁਧ ਹੀ। ਪਰ ਫੇਰ ਵੀ ਉਹ ਜੰਗ ਦੇ ਮੈਦਾਨ ਨੂੰ ਟਾਲਦੇ ਨਹੀਂ। ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਨੂੰ ਛੱਡਦੇ ਨਹੀਂ ਪਏ। ਛਾੜਤ ਤੱਤੇ ਨੂੰ ਸਿਹਾਰੀ ਹੈ, ਡੱਡੇ ਨੂੰ ਨਹੀਂ। ਦੇਤ ਪਟਕਨ ਪੁਹਮ ਘਾਲਤ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਪਟਕਾਉਣੀ ਦੇ ਕਰਕੇ ਤੇ ਪੋਹਮ ਧਰਤੀ ਦੇ ਉੱਪਰ ਚੱਕ ਕੇ ਇੱਕ ਦੂਜੇ ਨੂੰ ਸੂਰਮੇ ਘਾਲਤ ਮੈਨੇ ਸੁੱਟਦੇ ਪਏ ਨੇ, ਮਾਰਦੇ ਪਏ ਨੇ। ਉਥਲ ਪੁਥਲ ਵਿਰੁੱਧ ਹੀ। ਉਥਲ ਪੁਥਲ ਹੋ ਗਈ ਹੈ। ਦੇਵਤੇ ਦੈਂਤਾਂ ਵਿੱਚ ਜਾ ਰਲੇ ਨੇ ਤੇ ਦੈਂਤ ਦੇਵਤਿਆਂ ਵਿੱਚ ਜਾ ਰਲੇ ਨੇ। ਇਸ ਤਰੀਕੇ ਦਾ ਵਿਰੋਧ ਹੀ ਜੰਗ ਦਾ ਮੈਦਾਨ ਹੋ ਰਿਹਾ ਹੈ। ਕਬ ਸਰਸ ਨਿਸ਼ਚਰ ਹੋਤ ਦੇਵਨ। ਮਹਾਰਾਜ ਕਲਗੀਧਰ ਜੀ ਕਹਿੰਦੇ ਪਤਾ ਨਹੀਂ ਲੱਗਦਾ ਕਬ ਕਦੇ ਸਰਸ ਮੈਨੇ ਬਲਵਾਨ, ਨਿਸ਼ਚਰ ਮੈਨੇ ਦੈਂਤ, ਕਦੇ ਦੈਂਤ ਬਲਵਾਨ ਹੋ ਜਾਂਦੇ ਨੇ ਦੇਵਤਿਆਂ ਦੇ ਉੱਪਰ। ਕਬ ਸਰਸ ਸੁਰਗਨ ਕ੍ਰੋਧ ਹੀ। ਸਰਸ ਮੈਨੇ ਬਲਵਾਨ ਹੋ ਜਾਂਦੇ ਨੇ ਸੁਰਗਨ ਦੇਵਤੇ ਕ੍ਰੋਧ ਕਰਕੇ ਦੰਤਾਂ ਦੇ ਉੱਪਰ ਕਦੇ ਬਲਵਾਨ ਹੋ ਜਾਂਦੇ ਨੇ, ਭਾਰੀ ਪੈ ਜਾਂਦੇ ਨੇ। ਬੀਤ ਗਇਓ ਇਮ ਮਾਸ ਦਵਾਦਸ। ਇਦਾਂ ਕਹਿੰਦੇ 12 ਮਹੀਨੇ ਬਤੀਤ ਗਏ। ਕਦੇ ਦੈਂਤ ਭਾਰੀ ਪੈ ਗਏ ਜੰਗ ਦੇ ਮੈਦਾਨ ਵਿੱਚ, ਕਦੇ ਦੈਂਤਾਂ ਦਾ ਜ਼ੋਰ ਪੈ ਗਿਆ, ਕਦੀ ਦੇਵਤਿਆਂ ਦਾ ਜ਼ੋਰ ਪੈ ਗਿਆ। ਪਿਰਤ ਮਲ ਸੋ ਬੁੱਧ ਹੀ। ਸ੍ਰੇਸ਼ਟ ਬੁੱਧੀ ਵਾਲੇ ਮਲ ਪਹਿਲਵਾਨਾਂ ਵਾਲੇ ਦਾ ਕਰਕੇ ਭਿੜਦੇ ਪਏ ਹਨ ਆਪਸ ਵਿੱਚ। ਬਹੁ ਵਾਰ ਘਾਇਨ ਕਰਤ ਨਿਜ ਨਿਜ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬਹੁਤੇ ਵਾਰ ਕਰਦੇ ਪਏ ਨੇ, ਨਿਜ ਨਿਜ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ। ਬਹੁ ਵਾਰ ਘਾਇਨ, ਬਹੁਤੇ ਵਾਰ ਮਾਰਦੇ ਪਏ ਨੇ। ਇਹਦਾ ਆਪਸ ਦੇ ਵਿੱਚ ਬਹੁਤੇ ਵਾਰਾਂ ਨੂੰ ਮਾਰਨਾ ਕਰਦੇ ਪਏ ਹਨ। ਲਾਤ ਮੁਸ਼ਟਨ ਉਰਦ ਹੀ। ਸਾਹਿਬ ਜੀ ਕਹਿੰਦੇ ਉੱਚੀਆਂ ਕਰ ਕਰਕੇ ਲੱਤਾਂ ਤੇ ਮੁੱਕੀਆਂ ਮਾਰਦੇ ਪਏ ਨੇ। ਲੱਤਾਂ ਤਾਂ ਨੂੰ ਕਰ ਕਰਕੇ ਸੂਰਮਿਆਂ ਦੇ ਮੂੰਹਾਂ ਉੱਤੇ ਲੱਤਾਂ ਮਾਰਦੇ ਪਏ ਨੇ। ਇਸ ਤਰ੍ਹਾਂ ਮੁੱਕੀਆਂ ਮਾਰਦੇ ਪਏ ਨੇ, ਤਾਂ ਚੁੱਕ ਕੇ ਉੱਪਰੋਂ ਬਲ ਲਾ ਕੇ
ਤੇ ਛਲਾਂਗ ਲਾ ਕੇ ਲੱਕ ਦੇ ਵਿੱਚ ਮੁੱਕੀ ਮਾਰਨੀ। ਇਸ ਤਰ੍ਹਾਂ ਗੁਰੂ ਖਾਲਸਾ ਜੀ ਉਰਧ ਮੁਸ਼ਟਨ ਕਹਿੰਦੇ ਨੇ ਉਸ ਨੂੰ। ਮੁੱਕੀ ਵੱਟ ਕੇ ਤੇ ਤਾਂ ਨੂੰ ਬਾਂਹ ਕਰਕੇ ਛਲਾਂਗ ਮਾਰਨੀ ਤੇ ਫਿਰ ਸੂਰਮੇ ਦੀ ਪਿੱਠ ਦੇ ਉੱਪਰ ਗੁਰੂ ਖਾਲਸਾ ਜੀ ਜ਼ੋਰ ਨਾਲ ਮੁੱਕੀ ਮਾਰਨੀ। ਇਹਨੂੰ ਮਹਾਰਾਜ ਕਹਿੰਦੇ ਵੀ ਉੱਚੀਆਂ ਹੋ ਕੇ ਮੁੱਕੀਆਂ ਮਾਰਦੇ ਪਏ ਨੇ, ਇਹਦਾ ਸੂਰਮੇ ਜੰਗ ਕਰਦੇ ਪਏ ਨੇ। ਖਾਏ ਦਾਰਨ ਬ੍ਰਿਨ ਜੋਧਨ, ਜਿਹੜੇ ਯੋਧੇ ਹਨ ਉਹ ਬ੍ਰਿਨ ਮੈਨੇ ਜ਼ਖਮ, ਦਾਰਨ ਮੈਨੇ ਡਰਾਉਣੇ, ਭਿਆਨਕ ਕਠਨ, ਜਿਨ੍ਹਾਂ ਜ਼ਖਮਾਂ ਦਾ ਨਾ ਇਲਾਜ ਹੋਵੇ ਐਸੇ ਜ਼ਖਮ ਖਾਂਦੇ ਪਏ ਨੇ। ਭੋਏ ਗਿਰਤ ਬਿਕਲ ਬਿਸੁੱਧ ਹੀ, ਧਰਤੀ ਉੱਪਰ ਡਿੱਗ ਪੈਂਦੇ ਨੇ ਵਿਆਕਲ ਹੋ ਕੇ, ਬਿਸੁੱਧ ਹੋ ਕਰਕੇ। ਛੰਦ ਦੇਵ ਕਰੀ ਪੁਨ ਉਠਤ ਚੇਤਤ ਗਿਆਨ ਨਿਜ ਨਿਜ। ਹਾਂ, ਫਿਰ ਸੂਰਮੇ ਜਿਹੜੇ ਨੇ ਚੇਤਤ ਹੋਸ਼ ਸੰਭਾਲ ਕਰਕੇ ਉੱਠਦੇ ਨੇ ਤੇ ਉਹਨਾਂ ਨੂੰ ਆਪੋ ਆਪਣੇ ਦਲਾਂ ਦਾ ਗਿਆਨ ਹੁੰਦਾ ਏ ਕਿ ਅਸੀਂ ਦੇਵਤੇ ਹਾਂ ਜਾਂ ਅਸੀਂ ਦੈਂਤ ਹਾਂ। ਫਿਰ ਉਹ ਜੰਗ ਦੇ ਮੈਦਾਨ ਵਿੱਚ ਦੁਬਾਰਾ ਜੁਟ ਜਾਂਦੇ ਨੇ। ਤਾਲ ਦੈ ਭੁਜ ਠੋਕ ਹੀ, ਹਾਂ, ਉਹ ਤਾਲੀਆਂ ਦੇ ਕਰਕੇ, ਤਾਲੀਆਂ ਦੈ ਮੈਨੇ ਵਜਾ ਕਰਕੇ ਤੇ ਭੁਜ ਬਾਹਾਂ ਨੂੰ ਠੋਕਦੇ ਪਏ ਨੇ, ਠੋਕਦੇ ਹਨ ਸੂਰਮੇ। ਫਿਰ ਜੰਗ ਦੇ ਮੈਦਾਨ ਵਿੱਚ ਜੁਟ ਜਾਂਦੇ ਨੇ। ਬਿਲਚ ਜਾਵ ਹੈ ਦੇਵਦਾਨੂ, ਇੱਕ ਦੂਜੇ ਨੂੰ ਚੰਬੜ ਜਾਂਦੇ ਨੇ ਦੇਵਤੇ ਤੇ ਦੰਤ। ਤਾਵ ਨਿਜ ਨਿਜ ਰੋਕ ਹੀ, ਹਾਂ, ਇੱਕ ਦੂਜੇ ਦੇ ਦਾ ਘਾ ਆਪਣੀ ਬੁੱਧੀ ਦੇ ਨਾਲ ਰੋਕਦੇ ਹਨ। ਗਦਾ ਮੂਸਲ ਗੁਰਜ ਫੇਂਕਤ, ਗਦਾ ਮੂਸਲ ਘੋਟਨੇ ਤੇ ਗੁਰਜ ਇੱਕ ਦੂਜੇ ਵੱਲ ਫੇਂਕਤ ਸੁੱਟਦੇ ਨੇ। ਫੇਂਕਤ ਫੱਫੇ ਨੂੰ ਲਾਂ ਤੇ ਉੱਤੇ ਬਿੰਦੀ। ਇਹ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਦੇ ਵਿੱਚ ਫੈਂਕਤ ਪਾਠ ਆਇਆ ਏ। ਫੱਫੇ ਨੂੰ ਦਲਾਵਾਂ ਤੇ ਉੱਤੇ ਬਿੰਦੀ ਤੇ ਕੱਕਾ ਤੱਤਾ ਫੈਂਕਤ। ਪਰ ਮਾਤਾ ਭਾਗੋ ਜੀ ਦੇ ਸਥਾਨ ਤੇ ਜੋ ਬੀੜ ਹੈ ਉਹਦੇ ਵਿੱਚ ਫੱਫੇ ਨੂੰ ਲਾਂ ਉੱਤੇ ਬਿੰਦੀ ਕੱਕਾ ਤੱਤਾ ਫੇਂਕਤ। ਇਸੇ ਪ੍ਰਕਾਰ ਹੀ ਪਾਠ ਆਇਆ ਏ। ਇਹ ਗੁਰੂ ਖਾਲਸਾ ਜੀ ਸ਼ੁੱਧ ਮੰਨ ਲੈਣਾ। ਲਾਤ ਮੁਸ਼ਟਨ ਚੋਖ ਹੀ, ਮਹਾਰਾਜ ਕਲਗੀਧਰ ਜੀ ਕਹਿੰਦੇ ਲੱਤਾਂ ਤੇ ਮੁੱਕੀਆਂ ਜਿਹੜੀਆਂ ਨੇ ਨਾ ਉਹ ਚੋਖ ਹੀ, ਇਹ ਬਹੁਤੀ ਛੇਤੀ ਦੇ ਨਾਲ, ਕਾਲੀ ਦੇ ਨਾਲ ਸੂਰਮੇ ਮਾਰਦੇ ਪਏ ਨੇ ਇੱਕ ਦੂਜੇ ਦੇ। ਦੋ ਕਟਕ ਨਿਰਖਤ ਸਮਰ ਸੂਰਨ, ਦੋ ਕਟਕ ਦਵੇਂ ਪਾਸਿਆਂ ਦੀਆਂ ਫੌਜਾਂ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦੇ ਜੰਗ ਨੂੰ ਦੇਖ ਰਹੀਆਂ ਹਨ। ਦੇਵਤੇ ਦੇ ਦੰਤ ਜਿਵੇਂ ਲੜ ਰਹੇ ਨੇ ਜੰਗ ਦੇ ਮੈਦਾਨ ਵਿੱਚ, ਤੇ ਦੋਨਾਂ ਹੀ ਪਾਸਿਆਂ ਦੀਆਂ ਫੌਜਾਂ ਇਹ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਨੂੰ ਲੜਦਿਆਂ ਦੇਖ ਕਰਕੇ ਖੁਸ਼ ਹੋ ਰਹੀਆਂ ਨੇ। ਜਦੋਂ ਦੰਤਾਂ ਦਾ ਜ਼ੋਰ ਪੈਂਦਾ ਉਦੋਂ ਦੈਂਤ ਖੁਸ਼ ਹੋ ਜਾਂਦੇ ਨੇ, ਤੇ ਜਦੋਂ ਦੇਵਤਿਆਂ ਦਾ ਜ਼ੋਰ ਪੈਂਦਾ ਉਦੋਂ ਦੇਵਤਿਆਂ ਦੇ ਦਲ ਖੁਸ਼ ਹੋ ਜਾਂਦੇ ਨੇ। ਧੰਨ ਧੰਨ ਉਚਾਰਤ ਤੋਖ ਹੀ, ਖੁਸ਼ ਹੋ ਕਰਕੇ ਧੰਨ ਧੰਨ ਉਚਾਰਦੇ ਨੇ ਤੇ ਇਸ ਤਰ੍ਹਾਂ ਤੋਖ ਹੀ ਸੂਰਮਿਆਂ ਨੂੰ ਪ੍ਰਸੰਨ ਕਰਦੇ ਨੇ, ਉਹਨਾਂ ਦਾ ਉਤਸ਼ਾਹ ਵਧਾਉਂਦੇ ਨੇ। ਉਹ ਹੋਰ ਉਤਸ਼ਾਹ ਵਧਾ ਕਰਕੇ ਜੰਗ ਦੇ ਮੈਦਾਨ ਵਿੱਚ ਲੜਦੇ ਨੇ। ਕਹਿੰਦੇ ਧੰਨ ਜੋ ਸੂਰਮਿਓ ਤਗੜਿਆਂ ਹੋ ਜੋ। ਦੇਵਤੇ ਕਹਿੰਦੇ ਦੰਤਾਂ ਦੀ ਮਿੱਝ ਕੱਢ ਦਿਓ, ਤੇ ਦੈਂਤ ਕਹਿੰਦੇ ਦੇਵਤਿਆਂ ਨੂੰ ਚਕਨਾ ਚੂਰ ਕਰ ਦਿਓ। ਇਦਾਂ ਗੁਰੂ ਖਾਲਸਾ ਜੀ ਸ਼ੋਭਾ ਕਰ ਕਰਕੇ ਸੂਰਮਿਆਂ ਨੂੰ ਭੂਏ ਚੜਾਉਂਦੇ ਨੇ, ਉਹਨਾਂ ਦਾ ਉਤਸ਼ਾਹ ਵਧਾਉਂਦੇ ਪਏ ਹਨ। ਤਿਮ ਤਿਮ ਚਵਗਨ ਚਾਉ ਉਪਜਤ, ਹਾਂ, ਜਿਵੇਂ ਜਿਵੇਂ ਦੋਨਾਂ ਪਾਸਿਆਂ ਦੀਆਂ ਫੌਜਾਂ ਧੰਨ ਧੰਨ ਉਚਾਰਦੀਆਂ ਨੇ ਤਿਵੇਂ ਤਿਵੇਂ ਸੂਰਮਿਆਂ ਦਾ ਚਵਗਣ 4 ਗੁਣਾ ਉਤਸ਼ਾਹ ਹੋਰ ਵੱਧ ਜਾਂਦਾ ਏ। ਉਹਨਾਂ ਦੇ ਹਿਰਦੇ ਵਿੱਚ ਹੋਰ ਜੰਗ ਦਾ ਉਤਸ਼ਾਹ ਉਪਜਤ ਪੈਦਾ ਹੋ ਜਾਂਦਾ ਏ। ਜੱਜੇ ਨੂੰ ਨਹੀਂ ਤੱਤੇ ਨੂੰ ਸਿਹਾਰੀ ਕਰ ਲੈਣੀ ਉਪਜਤ ਦੇ। ਹਿਰਦੈ ਸੁਬਟਨ ਰੋਖ ਹੀ, ਹਾਂ, ਸੂਰਮਿਆਂ ਦੇ ਹਿਰਦੇ ਵਿੱਚ ਹੋਰ ਰੋਖ ਹੀ ਨਿਸ਼ਚੇ ਕਰਕੇ ਰੋਖ ਗੁੱਸਾ ਆਉਂਦਾ ਏ। ਹਰਿਦਾ ਜਈਆ ਪੂਰਾ ਏ। ਬਲ ਜਾਤ ਅਪਸਰ ਪਰੀ ਪਦਮਨ, ਸਾਹਿਬ ਜੀ ਕਹਿੰਦੇ ਅਪਸ਼ਰਾਂ ਪਰੀਆਂ ਤੇ ਪਦਮਨੀਆਂ ਜਿਹੜੀਆਂ ਨੇ, ਜਾਂ ਜਿਹੜੀਆਂ ਪਰੀਆਂ ਤੇ ਪਦਮਨ ਜਾਤੀ ਦੀਆਂ ਅਪਸ਼ਰਾਂ ਨੇ, ਉਹ ਸੂਰਮਿਆਂ ਤੋਂ ਬਲਹਾਰੇ ਜਾਂਦੀਆਂ ਨੇ। ਨਰੀ ਨਾਗਨ ਲੋਕ ਹੀ, ਹਾਂ, ਨਰੀ ਮੈਨੇ ਮਨੁੱਖਾਂ ਦੀਆਂ ਇਸਤਰੀਆਂ ਤੇ ਨਾਗਣ ਕਹੀਏ ਸੱਪਾਂ ਦੀਆਂ ਇਸਤਰੀਆਂ, ਤੇ ਲੋਕ ਪਰਲੋਕ ਦੀਆਂ ਜਿੰਨੀਆਂ ਵੀ ਇਸਤਰੀਆਂ ਨੇ
ਉਹ ਸੂਰਮਿਆਂ ਦੀ ਸ਼ੋਭਾ ਵੇਖ ਕੇ ਉਹਨਾਂ ਤੋਂ ਬਲਹਾਰੇ ਜਾਂਦੀਆਂ ਨੇ। ਬਜਤ ਤਾਲ ਤੰਬੂਰ ਦੁੰਦਬ, ਵਜੰਤਰੀ ਜੰਗ ਦੇ ਮੈਦਾਨ ਵਿੱਚ ਸੂਰਮਿਆਂ ਦਾ ਹੌਂਸ ਉਤਸ਼ਾਹ ਵਧਾਉਣ ਲਈ ਤਾਲ ਤੰਬੂਰੇ ਤੇ ਦੁੰਦਬ ਨਗਾਰੇ ਵਜਾਉਂਦੇ ਪਏ ਨੇ। ਇਹਦਾ ਨਗਾਰੇ ਆਦਿਕ ਬੱਜਤ ਵੱਜਦੇ ਪਏ ਨੇ। ਜੱਜੇ ਨੂੰ ਨਹੀਂ ਤੱਤੇ ਨੂੰ ਸਿਹਾਰੀ ਕਰ ਲੈਣੀ ਬੱਜਤ ਦੇ। ਭੇਰ ਬੀਨਾ ਬਾਸੁਰੀ, ਭੇਰੀਆਂ ਬੀਨਾ ਤੇ ਬਾਂਸੁਰੀਆਂ ਵੱਜਦੀਆਂ ਪਈਆਂ ਨੇ। ਮਾਰੂ ਜਝੂਆ ਤਾਨ ਉਗਟਤ, ਹਾਂ ਮਾਰੂ ਜੰਗੀ ਨਗਾਰ, ਮਾਰੂ ਨਗਾਰੇ ਜਝੂਆ ਜੰਗੀ, ਜੰਗੀ ਨਗਾਰੇ ਵੱਜਦੇ ਪਏ ਨੇ। ਤੇ ਉੱਥੇ ਜੰਗੀ ਤਾਨ ਮੈਨੇ ਤਰਾਨੇ, ਉਗਟਤ ਮੈਨੇ ਪੈਦਾ ਹੋ ਰਹੇ ਨੇ, ਜਾਂ ਲੜਾਈ ਦੀਆਂ ਜੋ ਤਾਨਾਂ ਨੇ ਉਹ ਪੈਦਾ ਹੋ ਰਹੀਆਂ ਨੇ। ਜਦੋਂ ਸੂਰਮੇ ਜੰਗੀ ਸਾਜ਼ ਵਜਾਉਂਦੇ ਨੇ ਉਸ ਵਕਤ ਇਸ ਤਰ੍ਹਾਂ ਗਾਉਂਦੇ ਨੇ ਸੂਰਮੇ ਨਾਲ ਨਾਲ ਜੰਗੀ ਗੀਤ। ਇਦਾਂ ਜੰਗੀ ਤਰਾਨਾ ਪੈਦਾ ਹੋ ਰਹੀਆਂ ਨੇ, ਜੰਗੀ ਤਾਨਾਂ ਵੱਜ ਰਹੀਆਂ ਨੇ। ਕਟਕ ਦੇਵਨ ਆਸੁਰੀ, ਹਾਂ ਕਟਕ ਮੈਨੇ ਫੌਜ, ਦੇਵਤਿਆਂ ਦੀ ਫੌਜ ਤੇ ਦੈਂਤਾਂ ਦੀ ਫੌਜ ਵਿੱਚ ਇਸ ਤਰ੍ਹਾਂ ਗੁਰੂ ਖਾਲਸਾ ਜੀ ਰੌਲਾ ਗੌਲਾ ਹੋ ਰਿਹਾ ਏ। ਜੰਗੀ ਤਾਨਾ ਉਗਟਤ ਪੈਦਾ ਹੋ ਰਹੀਆਂ ਨੇ ਜੰਗ ਦੇ ਮੈਦਾਨ ਵਿੱਚ। ਕਥਤ ਗੁਣ ਜਨ ਸਮਰ ਛੰਦਨ, ਹਾਂ ਜਿਹੜੇ ਗੁਣੀ ਜਨ ਮਰਾਸੀ ਆਦਿਕ ਭਾਟ ਆਦਿਕ ਨੇ ਉਹ ਸਮਰ ਛੰਦਨ ਜੰਗੀ ਛੰਦ ਬੰਦ ਕਥਤ ਮੈਨੇ ਕਹਿੰਦੇ ਪਏ ਨੇ। ਇਹ ਗੁਰੂ ਖਾਲਸਾ ਜੀ ਥੱਥੇ ਨੂੰ ਨਹੀਂ ਤੱਤੇ ਨੂੰ ਸਿਹਾਰੀ ਲਗਾ ਲੈਣੀ, ਕਿਉਂਕਿ ਕਥਤ ਕਿਰਿਆਵਾਚੀ ਸ਼ਬਦ ਹੈ। ਕਿਰਿਆਵਾਚੀ ਸ਼ਬਦ ਦੇ ਹਮੇਸ਼ਾ ਪਿਛਲੇ ਅੱਖਰ ਨੂੰ ਸਿਹਾਰੀ ਹੁੰਦੀ ਹੈ। ਵਾਰ ਕੜਖਾ ਜਾਸੁਰੀ, ਮਹਾਰਾਜ ਕਲਗੀਧਰ ਜੀ ਕਹਿੰਦੇ ਵਾਰ ਕੜਖਾ ਛੰਦ ਇਸ ਤਰੀਕੇ ਦੇ ਨਾਲ ਜੰਗੀ ਵਾਰਾਂ ਤੇ ਜੰਗੀ ਕੜਖਾ। ਜਿਹੜਾ ਕੜਖਾ ਛੰਦ ਹੈ ਇਹ ਗੁਰੂ ਖਾਲਸਾ ਜੀ ਇੱਕ ਜੰਗੀ ਛੰਦ ਦਾ ਨਾਮ ਹੈ। ਤੇ ਜਾਸੁਰੀ ਮੈਨੇ ਜਸ ਵਾਲੇ, ਉਸਤਤ ਵਾਲੇ, ਜਿਹੜੇ ਸੂਰਮਿਆਂ ਦੀ ਜਿਹਦੇ ਵਿੱਚ ਉਸਤਤ ਕੀਤੀ ਹੋਵੇ ਐਸੇ ਛੰਦ ਕੜਖਾ ਵਾਰ ਆਦਿ ਗਾਏ ਜਾ ਰਹੇ ਨੇ। ਜਿਹੜੇ ਗੁਣੀ ਜਨ ਨੇ ਉਹ ਗਾਉਂਦੇ ਪਏ ਨੇ। ਨਚਤ ਹੂਰਨ ਬਧੂ ਦੇਵਨ, ਹੁਣ ਨਚਤ ਵੇਖੋ ਇਸ ਤੱਤੇ ਨੂੰ ਸਿਹਾਰੀ ਆਈ ਹੈ ਕਿਉਂਕਿ ਕਿਰਿਆਵਾਚੀ ਸ਼ਬਦ ਹੈ। ਹੂਰਾਂ ਤੇ ਬਧੂ ਦੇਵਨ ਅਪਛਰਾਂ ਨੱਚਦੀਆਂ ਪਈਆਂ ਨੇ। ਨਰੀ ਨਾਗਨ ਮਾਸੁਰੀ, ਹਾਂ ਨਰੀ ਮਨੁੱਖਾਂ ਦੀਆਂ ਇਸਤਰੀਆਂ, ਨਾਗਨ ਸੱਪਣੀਆਂ ਤੇ ਮਾਸੁਰੀ ਮ ਆਸੁਰੀ। ਆਸੁਰੀ ਨਾਮ ਗੁਰੂ ਖਾਲਸਾ ਜੀ ਦੰਤਾਂ ਦੀਆਂ ਇਸਤਰੀਆਂ ਦਾ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੋ ਦੈਂਤ ਇਸਤਰੀਆਂ ਨੇ ਉਹ ਵੀ ਜੰਗ ਦੇ ਮੈਦਾਨ ਦੇ ਮੋਹ ਵਿੱਚ ਨੱਚਦੀਆਂ ਪਈਆਂ ਨੇ। ਜੁਗਤ ਝੂਮਰ ਬੇਖ ਨਟਵਰ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਝੁਕ ਝੁਕ ਕੇ ਝੂਮਰ ਨਾਚ ਨੱਚਦੀਆਂ ਪਈਆਂ ਨੇ। ਤੇ ਨਟਵਰ ਤਮਾਸ਼ਬੀਨਾਂ ਵਾਲਾ ਬੇਖ ਲਿਬਾਸ ਬਣਾਇਆ ਅਪਸ਼ਰਾਂ ਨੇ। ਸੰਗੀਤ ਨ੍ਰਿਤਤ ਸੋ ਆਸੁਰੀ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸੋ ਆਸੁਰੀ ਉੱਤਮ ਦੰਤਾਂ ਦੀਆਂ ਇਸਤਰੀਆਂ ਉਹ ਵੀ ਨ੍ਰਿਤਤ ਨੱਚਦੀਆਂ ਪਈਆਂ ਨੇ ਸੰਗੀਤ ਦੇ ਨਾਲ। ਸਵਾਸ ਰੀ ਰੀ ਹੈ ਭਾਈ ਸਵਾਸਾਂ ਦੇ ਨਾਲ ਅਪਸ਼ਰਾਂ, ਨਰੀਆਂ, ਨਾਗਣਾ ਤੇ ਇਸੇ ਤਰ੍ਹਾਂ ਦੇਵ ਬਧੂਟੀਆਂ ਆਦਿਕ ਸੰਗੀਤ ਦੇ ਨਾਲ ਨੱਚਦੀਆਂ ਪਈਆਂ ਨੇ। ਸਵਾਸ ਰੀ ਇਹ ਦੂਜਾ ਪਾਠ ਹੈ। ਲੈ ਖੱਪਰ ਜੋਗਨ ਖੇਤ ਧਾਈ, ਆਪਣੇ ਹੱਥਾਂ ਵਿੱਚ ਖੱਪਰ ਲੈ ਕੇ ਜੋਗਣੀਆਂ ਜੰਗ ਦੇ ਮੈਦਾਨ ਵਿੱਚ ਭੱਜ ਕੇ ਆਈਆਂ ਨੇ। ਸਦ ਦੇਤ ਭੀਖਮ ਹਾਸੁਰੀ, ਭਿਆਨਕ ਸਦ ਆਵਾਜ਼ਾਂ ਦਿੱਤੀਆਂ ਨੇ ਤੇ ਹੱਸਦੀਆਂ ਪਈਆਂ ਨੇ ਕਿ ਖੂਨ ਪੀਵਾਂਗੀਆਂ। ਸਭ ਨਿਰਖ ਟਕ ਟਕ ਸਮਰ ਦੁਹਨ, ਸਾਹਿਬ ਜੀ ਕਹਿੰਦੇ ਨੇ ਸਾਰੇ ਹੀ ਖਲੋ ਕਰਕੇ ਤੇ ਦੋਨਾਂ ਪਾਸਿਆਂ ਦੀਆਂ ਫੌਜਾਂ ਦਾ ਜੋ ਜੰਗ ਹੋ ਰਿਹਾ ਏ ਉਹਨੂੰ ਟਕ ਟਕ ਇੱਕ ਨਿਗਾਹ ਲਗਾ ਕਰਕੇ ਦੇਖਦੇ ਪਏ ਨੇ। ਉਹਨਾਂ ਵਿੱਚ ਵਜੰਤਰੀ, ਉਹਨਾਂ ਵਿੱਚ ਨਾਚੇ, ਉਹਨਾਂ ਵਿੱਚ ਗਾਵੰਤਰੀ, ਉਹਨਾਂ ਵਿੱਚ ਗੁਰੂ ਖਾਲਸਾ ਜੀ ਜੋਗਨੀਆਂ ਆਦਿਕ ਸਾਰੇ ਸ਼ਾਮਲ ਨੇ ਜੋ ਟਕ ਟਕ ਇੱਕ ਟਕ ਨਿਗਾਹ ਲਗਾ ਕਰਕੇ ਦੋਨਾਂ ਹੀ ਪਾਸਿਆਂ ਤੋਂ ਜੋ ਜੰਗ ਹੋ ਰਿਹਾ ਹੈ ਉਹਨੂੰ ਦੇਖਦੇ ਪਏ ਹਨ। ਖਗ ਮ੍ਰਿਗ ਮਾਨਵ ਕਟਕਰੀ, ਮਹਾਰਾਜ ਸਾਹਿਬ ਜੀ ਕਹਿੰਦੇ ਖਗ ਪੰਛੀ, ਮ੍ਰਿਗ ਹਰਨ, ਮਾਨਵ ਮਨੁੱਖ, ਰੀ ਹੈ ਭਾਈ ਉਹ ਕਟਕ ਫੌਜਾਂ ਦੇ ਜੰਗ ਨੂੰ ਦੇਖਦੇ ਪਏ ਨੇ। ਸੁਰ ਚਮੂ ਦਾਨਵ ਸੈਨ ਹਰਖਤ, ਮਹਾਰਾਜ ਕਲਗੀਧਰ ਜੀ ਕਹਿੰਦੇ ਕਦੇ
ਦੇਵਤਿਆਂ ਦਾ ਜ਼ੋਰ ਪੈਂਦਾ ਤੇ ਦੇਵਤਿਆਂ ਦੀ ਫੌਜ ਹਰਖਤ ਹੱਸ ਪੈਂਦੀ ਹੈ। ਕਦੇ ਦੰਤਾਂ ਦਾ ਜ਼ੋਰ ਪੈਂਦਾ ਏ ਤੇ ਦੰਤਾਂ ਦੀ ਫੌਜ ਹਰਖਤ ਹੱਸ ਪੈਂਦੀ ਹੈ। ਹਰਖਤ ਤੱਤੇ ਨੂੰ ਸਿਹਾਰੀ ਖੱਖੇ ਨੂੰ ਨਹੀਂ, ਇਹ ਦੇਲੀ ਦੀਪਕ ਪਦ ਹੈ। ਪਟ ਲੜਤ ਦਾਨਵ ਫਟ ਕਰੀ। ਹਾਂ, ਸੂਰਮੇ ਲੜਦੇ ਹਨ ਇੱਕ ਦੂਜੇ ਦੇ ਨਾਲ। ਦੇਵਤਿਆਂ ਦੰਤਾਂ ਦੇ ਪੱਟ ਜ਼ਖਮ ਕਰੀ ਜਾਂਦੇ ਨੇ ਤੇ ਦੈਂਤ ਦੇਵਤਿਆਂ ਦੇ ਜ਼ਖਮ ਕਰੀ ਜਾਂਦੇ ਨੇ ਤੇ ਦੇਵਤੇ ਦੰਤਾਂ ਦੇ ਜ਼ਖਮ ਕਰੀ ਜਾਂਦੇ ਹਨ। ਸੁਰ ਉਮਗ ਰਿਸ ਕਰ ਬਾਹੁਰ ਪਿਲਚੇ। ਸਾਹਿਬ ਜੀ ਕਹਿੰਦੇ ਨੇ ਸੁਰ ਦੇਵਤੇ ਉਮਗ ਉਤਸ਼ਾਹ ਕਰਕੇ ਤੇ ਰਿਸ ਗੁੱਸਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਬਾਹੁਰ ਫੇਰ ਆਏ ਹਨ ਤੇ ਪਿਲਚੇ ਚੰਬੜੇ ਹਨ ਆ ਕਰਕੇ ਦੰਤਾਂ ਨੂੰ। ਜਿਸ ਵਕਤ ਦੰਤਾਂ ਨੇ ਦੇਵਤਿਆਂ ਦੀ ਫੌਜ ਦੇ ਸੂਰਮਿਆਂ ਦੇ ਬਹੁਤੇ ਜ਼ਖਮ ਕਰ ਦਿੱਤੇ। ਇੱਥੇ ਬਾਹੁਰ ਪਾਠ ਹੈ ਜੀ ਗਿਆਨੀ ਚੰਦਾ ਸਿੰਘ ਜੀ ਤੇ ਮਾਤਾ ਭਾਗੋ ਜੀ ਵਾਲੇ ਸਰੂਪ ਵਿੱਚ। ਸੁਰ ਉਮਗ ਰਿਸ ਕਰ ਬਾਹੁਰ ਪਿਲਚੇ, ਇੱਥੇ ਕੰਨਾ ਨਹੀਂ ਹੈ, ਹਾਏ ਨੂੰ ਔਂਕੜ। ਇਹ ਪਾਠ ਗੁਰੂ ਖਾਲਸਾ ਜੀ ਸ਼ੁੱਧ ਹੈ, ਪਿੰਗਲ ਦੇ ਲਿਹਾਜ਼ ਨਾਲ ਵੀ ਤੇ ਅਰਥ ਦੇ ਲਿਹਾਜ਼ ਦੇ ਨਾਲ ਵੀ। ਸਕਰ ਨੰਦਨ ਲਟ ਕਰੀ। ਹਾਂ, ਸਕਰ ਨੰਦਨ ਇੰਦਰ ਦੇ ਪੁੱਤਰਾਂ ਨੇ ਲਟ ਮੈਨੇ ਲਟਾ ਦੇਣਾ ਕੀਤੀ ਹੈ। ਲਟ ਮੈਨੇ ਕਮਜ਼ੋਰ ਕਰ ਦੇਣਾ ਕੀਤੀ ਹੈ ਦੰਤਾਂ ਦੀ ਫੌਜ। ਪਛਾੜ ਅਸੁਰਨ ਮਲ ਦਾਇਨ। ਹਾਂ, ਪਹਿਲਵਾਨਾਂ ਵਾਲੇ ਦਲ ਕਰਕੇ ਦੰਤਾਂ ਨੂੰ ਪਛਾੜ ਦੇਣਾ ਕੀਤਾ ਏ। ਔਰ ਮੇਲ ਦੀਨਿਓ ਝਟ ਕਰੀ। ਔਰ ਗਲੇ ਦੇ ਵਿੱਚ ਛਾਤੀਆਂ ਦੇ ਵਿੱਚ ਕਾਲੀ ਨਾਲ ਸ਼ਸਤਰ ਮੇਲ ਦਿੱਤੇ ਹਨ। ਝਟ ਕਰੀ ਕਾਲੀ ਕਰਨਾ ਕੀਤੀ ਹੈ। ਝਟ ਪਟ ਦੇ ਵਿੱਚ ਹੀ ਦੇਵਤਿਆਂ ਨੇ ਦੰਤਾਂ ਦੇ ਗਲਾਂ ਵਿੱਚ ਸ਼ਸਤਰ ਮੇਲ ਦਿੱਤੇ ਨੇ, ਕਿਰਪਾਨਾਂ ਮਾਰ ਦਿੱਤੀਆਂ ਨੇ। ਕੋ ਜਬਰ ਖੰਜਰ ਕਰਦ ਬਿਸ਼ੂਆ। ਹਾਂ, ਕੋ ਕਿਸੇ ਨੇ ਹੱਥ ਵਿੱਚ ਭਾਰੀ ਖੰਜਰ ਪਕੜੇ ਨੇ, ਕਰਦਾਂ ਤੇ ਬਿਛੂਏ ਆਦਿਕ ਪਕੜੇ ਨੇ। ਗਿਆਨੀ ਚੰਦਾ ਸਿੰਘ ਜੀ ਤੇ ਮਾਤਾ ਭਾਗੋ ਜੀ ਦੀ ਬੀੜ ਵਿੱਚ ਕੋ ਜਬਰ ਖੰਜਰ, ਕੱਕੇ ਨੂੰ ਓੜਾ ਤੇ ਓੜੇ ਨੂੰ ਦਲੈਂਕੜਾਂ ਕੋ, ਇਸ ਤਰ੍ਹਾਂ ਪਾਠ ਲਿਖਿਆ ਏ ਜੀ। ਗਰੀਬ ਰੇਤਤ ਸ਼ੁਰ ਕਰੀ। ਹਾਂ, ਸ਼ੁਰ ਕਰੀ ਮੈਨੇ ਛੁਰੀਆਂ ਤੇ ਰੇਤਤ ਮੈਨੇ ਰਗੜਦੇ ਨੇ ਧੌਣਾ ਵਿੱਚ ਸੂਰਮੇ ਸੂਰਮਿਆਂ ਦੇ। ਕੋ ਕਰਤ ਵਾਰ ਕਰਵਾਰ ਖਰਗਹਿ। ਖਰਗਹਿ ਵੱਡੀ ਕਿਰਪਾਨ ਦਾ ਨਾਮ ਹੈ। ਕਈ ਤਲਵਾਰਾਂ ਦੇ ਕਈ ਵੱਡੀਆਂ ਕਿਰਪਾਨਾਂ ਦੇ ਵਾਰ ਕਰਦੇ ਪਏ ਨੇ। ਕੋ ਹਨਤ ਜਮਦਰ ਧਰ ਕਰੀ। ਧਾਰ ਹੱਥਾਂ ਦੇ ਧਾਰ ਨਾਮ ਫੜ ਕੇ ਕਰੀ ਹੱਥਾਂ ਦੇ ਵਿੱਚ ਧਰ ਫੜ ਕੇ ਜਮਦਰ ਕਟਾਰਾਂ ਕੋ ਕਈ ਸੂਰਮੇ ਹਣਤ ਮਾਰਦੇ ਪਏ ਨੇ ਇੱਕ ਦੂਜੇ ਨੂੰ। ਰਿਪ ਹਾਨਿਓ ਬਾਸਵਤਨ ਮਿਲ ਮਿਲ। ਬਾਸਵਤਨ ਇੰਦਰ ਦੇ ਪੁੱਤਰਾਂ ਨੇ ਮਿਲ ਮਿਲ ਕੇ ਦੈਂਤ ਵੈਰੀਆਂ ਨੂੰ ਹਨਿਓ ਮਾਰਨਾ ਕੀਤਾ। ਏਕ ਏਕ ਪ੍ਰਚਾਰਕੈ। ਕੱਲੇ ਨੂੰ ਕੱਲੇ ਨੇ ਵੰਗਾਰ ਕਰਕੇ। ਸਹੰਸਰ 60 ਕੁਮਾਰ ਅਸੁਰਨ। ਜੋ 60,000 ਵੀਰਨਾਥ ਦੇ ਪੁੱਤਰ ਸਨ। ਹਾਨਿਓ ਬੈਰ ਸੁਧਾਰ ਕੈ। ਬੈਰ ਬੈਰੀਆਂ ਨੂੰ ਯੁੱਧ ਦੇ ਮੈਦਾਨ ਦੇ ਵਿੱਚ ਸੁਧਾਰ ਕੇ ਮੈਨੇ ਸਿੱਧਿਆਂ ਕਰਕੇ ਜਾਂ ਆਪਣੇ ਆਪ ਨੂੰ ਤਿਆਰ ਬਰ ਤਿਆਰ ਕਰਕੇ ਨਾ ਤੇ ਬੈਰ ਬੈਰੀਆਂ ਨੂੰ ਹਨਿਓ ਮਾਰ ਦੇਣਾ ਕੀਤਾ ਦੇਵਤਿਆਂ ਦੇ ਇੰਦਰ ਦੇ ਪੁੱਤਰਾਂ ਨੇ। ਜੀਤ ਦੇਵਨ ਮਲ ਅਖਾੜਾ। ਸਾਹਿਬ ਜੀ ਕਹਿੰਦੇ ਦੇਵਤਿਆਂ ਨੇ ਪਹਿਲਵਾਨਾਂ ਵਰਗਾ ਜੰਗ ਦਾ ਅਖਾੜਾ ਜਿੱਤ ਲਿਆ। ਦਲ ਆਏ ਅਸੁਰ ਸੰਘਾਰ ਕੈ। ਜੰਗ ਦੇ ਮੈਦਾਨ ਨੂੰ ਜਿੱਤ ਕੇ ਆਪਣੇ ਦਲ ਵਿੱਚ ਆ ਗਏ ਨੇ ਵੀਰਨਾਥ ਦੇ ਦੈਂਤ ਪੁੱਤਰਾਂ ਨੂੰ ਸੰਘਾਰ ਕੇ ਮਾਰ ਕਰਕੇ। ਬਜਿਓ ਦੁੰਦਬ ਜੀਤ ਭੜਥੂ। ਜਿਸ ਵਕਤ ਦੇਵਤਿਆਂ ਦੀ ਜਿੱਤ ਹੋਈ ਨਗਾਰੇ ਵੱਜੇ ਤੇ ਜਿੱਤ ਦਾ ਭੜਥੂ ਪੈ ਗਿਆ। ਸੰਖ ਧੁਨ ਜੈਕਾਰ ਕੈ। ਹਾਂ, ਸੰਖ ਦੀ ਧੁਨੀ ਹੋਈ ਤੇ ਜੈ ਜੈਕਾਰ ਦੇ ਨਾਰੇ ਲੱਗੇ। ਜੈ ਜੈਕਾਰ ਕਰਕੇ ਨਾਚ ਕਰਕੇ ਦੇਵਤਿਆਂ ਨੇ ਭੜਥੂ ਪਾ ਦਿੱਤਾ। ਰੁਪਿਓ ਸੰਗਰ ਦੇਵ ਪ੍ਰਤਨ। ਹਾਂ, ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਐ ਵੀ ਜਿਹੜੀ ਦੇਵਤਿਆਂ ਦੀ ਫੌਜ ਹੈ ਨਾ ਉਹ ਜੰਗ ਦੇ ਮੈਦਾਨ ਵਿੱਚ ਹੀ ਖਲੋਤੀ ਹੈ। ਸਕਰ ਆਦ ਸੰਘਾਰ ਕੈ। ਸਕਰ ਆਦਿਕ ਇੰਦਰ ਆਦਿਕ ਜਿਹੜੇ ਮਹਾਨ ਦੇਵਤਿਆਂ ਦੇ ਰਾਜੇ ਨੇ ਉਹ ਵੀ ਜੰਗ ਦੇ ਮੈਦਾਨ ਵਿੱਚ ਹੀ ਖਲੋਤੇ ਨੇ
ਸੰਘਾਰ ਕੇ ਵੈਰੀਆਂ ਨੂੰ ਮਾਰ ਕਰਕੇ। ਸੁਰ ਕਟਕ ਜੈ ਜੈ ਹੋਤ ਬਹੁ ਬਹੁ। ਹਾਂ, ਇੰਜ ਜੰਗ ਦੇ ਮੈਦਾਨ ਦੇ ਵਿੱਚ ਜੈ ਜੈਕਾਰ ਹੁੰਦੀ ਪਈ ਆ ਦੇਵਤਿਆਂ ਦੀ ਫੌਜ ਵਿੱਚ ਬਹੁਤੀ। ਰਿਪ ਚਮੂ ਬਿਬਦ ਖੰਭਾਰ ਕੈ। ਹਾਂ, ਰਿਪ ਚਮੂ ਦੁਸ਼ਮਨਾਂ ਦੀ ਫੌਜ ਵੱਲ ਵੇਖ ਵੇਖ ਕੇ ਨਾ ਤੇ ਬਿਵਦ ਬਹੁਤਾ ਖੰਭਾਰ ਰੌਲਾ ਗੌਲਾ ਕਰਨਾ ਕੀਤਾ ਇਹ ਦੇਵਤਿਆਂ ਨੇ, ਡੰਡ ਰੌਲੀ ਪਾਉਣਾ ਕੀਤੀ ਹੈ। ਰਿਪ ਚਮੂ ਖਲਬਲ ਸੋਕ ਪਸਰਿਓ। ਉਧਰ ਮਹਾਰਾਜ ਸਾਹਿਬ ਜੀ ਕਹਿੰਦੇ ਦੁਸ਼ਮਨਾਂ ਦੀ ਫੌਜ ਵਿੱਚ ਖਲਬਲੀ ਪੈ ਗਈ, ਉਹਨਾਂ ਵਿੱਚ ਸੋਕ ਪਸਰ ਗਿਆ, ਉਹਨਾਂ ਵਿੱਚ ਚਾਰੇ ਪਾਸੇ ਸ਼ੋਕ ਹੀ ਪਸਰਿਓ ਮੈਨੇ ਛਾ ਗਿਆ। ਮ੍ਰਿਤਕ ਭੇ ਭਟ ਸੁਰਨ ਕਰ। ਸਾਰੇ ਗੱਲਾਂ ਕਰਦੇ ਦੇਵਤਿਆਂ ਦੇ ਹੱਥੋਂ ਵੀਰਿਆਨਾਥ ਦੇ ਪ੍ਰਧਾਨ ਸੂਰਮੇ ਪੁੱਤਰ ਮਰ ਗਏ ਨੇ। ਬ੍ਰਿਜਨਾਥ ਪੁੱਤਰਨ ਪ੍ਰਬਲ ਬਿਕਰਮ। ਗੱਲਾਂ ਕਰਦੇ ਨੇ ਵੀਰਿਆਨਾਥ ਦੇ ਪੁੱਤਰ ਜਿਹੜੇ ਬੜੇ ਬਲ ਵਾਲੇ ਬਹਾਦਰ ਸਨ। ਹਾਨਿਓ ਨੰਦਨ ਸਕਰ ਸਰ। ਨੰਦਨ ਸਕਰ ਇਕੱਠਾ ਇੰਦਰ ਦੇ ਪੁੱਤਰਾਂ ਨੇ ਸਰ ਤੀਰਾਂ ਨਾਲ ਹਨਿਓ ਮਾਰ ਦੇਣਾ ਕੀਤਾ ਏ। ਤਾਬੂਤ ਪਠਿਓ ਅਸੁਰ ਪਤ ਟੇਕ। ਜਾਂ ਸਕਰ ਨੰਦਨ ਗੁਰੂ ਖਾਲਸਾ ਜੀ ਇੰਦਰ ਦੇ ਪੁੱਤਰਾਂ ਦਾ ਨਾਮ ਹੈ। ਇੰਦਰ ਦੇ ਪੁੱਤਰਾਂ ਨੇ ਵੀਰਿਆਨਾਥ ਦੇ ਪੁੱਤਰਾਂ ਦੇ ਸਰ ਸਿਰ ਹਨਿਓ ਕੱਟ ਦਿੱਤੇ ਨੇ, ਇਸ ਤਰ੍ਹਾਂ ਉਹਨਾਂ ਨੂੰ ਮਾਰ ਦੇਣਾ ਕੀਤਾ ਏ। ਤਾਬੂਤ ਪਠਿਓ ਅਸੁਰਪਤ ਟਿਗ। ਉਹਨਾਂ ਨੂੰ ਤਾਬੂਤ ਸੰਦੂਖਾਂ ਵਿੱਚ ਪਾ ਕੇ ਵੀਰਿਆਨਾਥ ਦੇ ਕੋਲ ਭੇਜ ਦੇਣਾ ਕੀਤਾ। ਮ੍ਰਿਤਕ ਸਾਬਰਨ ਸਮਰ ਆਰ ਅੜ ਕੇ ਜੰਗ ਦੇ ਮੈਦਾਨ ਦੇ ਵਿੱਚ ਮ੍ਰਿਤਕ ਸਭ ਸਾਰੇ ਹੀ ਮਰ ਗਏ ਹਨ। ਇੰਜ ਸੰਦੇਸ਼ਾ ਲਿਖ ਕਰਕੇ ਵੀਰਿਆਨਾਥ ਨੂੰ ਭੇਜਿਆ ਹੈ। ਕਹਿ ਪਠਿਓ ਦੇਵ ਪ੍ਰਬਲ ਭਇਓ। ਤੇ ਨਾਲ ਹੀ ਦੂਤ ਨੂੰ ਕਹਿ ਕੇ ਭੇਜ ਦਿੱਤਾ ਕਿ ਦੇਵਤੇ ਜੰਗ ਦੇ ਮੈਦਾਨ ਦੇ ਵਿੱਚ ਤਾਕਤਵਰ ਹੋ ਗਏ ਹਨ, ਮਹਾਰਾਜ ਤੁਹਾਡੀ ਹਾਰ ਹੁੰਦੀ ਪਈ ਹੈ। ਸੁਰ ਰਾਜ ਪੁੱਤਰਨ ਹਾਨਿਓ ਜਰ। ਜਰ ਮੈਨੇ ਚੰਗੇ ਤਰ੍ਹਾਂ, ਜਰ ਮੈਨੇ ਠੀਕ ਹੀ। ਜਰ ਦਾ ਅਰਥ ਗੁਰੂ ਖਾਲਸਾ ਜੀ ਜੜ ਮੂਰਖ, ਇਹ ਤਿੰਨ ਅਰਥ ਗੁਰੂ ਖਾਲਸਾ ਜੀ ਹੁੰਦੇ ਨੇ। ਜਰ ਦਾ ਅਰਥ ਸੋਨਾ ਵੀ ਹੁੰਦਾ ਏ, ਜਰ ਦਾ ਅਰਥ ਜਰਨਾ ਵੀ ਹੁੰਦਾ ਏ, ਜਰ ਦਾ ਅਰਥ ਵਡੇਪਾ ਵੀ ਹੁੰਦਾ ਏ। ਇੰਜ ਗੁਰੂ ਖਾਲਸਾ ਜੀ ਨਾਨਾ ਪ੍ਰਕਾਰ ਦੇ ਜਰ ਦੇ ਅਰਥ ਨੇ। ਇੱਥੇ ਜਰ ਦਾ ਅਰਥ ਲੱਗੇਗਾ ਜੜ ਮੂਰਖ। ਜਿਹੜੇ ਮੂਰਖ ਸੁਰਰਾਜ ਇੰਦਰ ਦੇ ਪੁੱਤਰ ਨੇ, ਉਹਨਾਂ ਨੇ ਐਸੀ ਮੂਰਖਤਾਈ ਕੀਤੀ ਜੰਗ ਦੇ ਮੈਦਾਨ ਵਿੱਚ, ਤੁਹਾਡੇ ਪੁੱਤਰਾਂ ਨੂੰ ਮਾਰ ਦੇਣਾ ਕੀਤਾ ਏ। ਜਾਂ ਜਰ ਚੰਗੇ ਤਰੀਕੇ ਨਾਲ ਕੋਹ ਕੇ ਤੁਹਾਡੇ ਪੁੱਤਰਾਂ ਨੂੰ ਵੀਰ ਇੰਦਰ ਦੇ ਪੁੱਤਰਾਂ ਨੇ ਮਾਰ ਦੇਣਾ ਕੀਤਾ ਏ। ਪ੍ਰਥਮ ਜੂਝਿਓ ਕੰਤਾਲ ਸਰਬਰ। ਮਹਾਰਾਜ ਆਪਣੇ ਤੇ ਦਿਨ ਬੜੇ ਮਾੜੇ ਆਏ ਨੇ। ਪਹਿਲਾਂ ਜਦੋਂ ਗਣੇਸ਼ ਤੇ ਸਵਾਮ ਕਾਰਤਿਕ ਆਏ ਸੀ ਸੁਲਾਹ ਦਾ ਪ੍ਰਸਤਾਵ ਲੈ ਕੇ, ਉਦੋਂ ਕੰਤਾਲ ਸਰਬਰ ਲੜਾਈ ਕਰਕੇ ਗਣੇਸ਼ ਤੇ ਸਵਾਮ ਕਾਰਤਿਕ ਦੇ ਨਾਲ ਮਰ ਗਿਆ ਸੀ। ਰਾੜ ਕੀਨਿਓ ਸੁਤਨਹਰ। ਸੁਤਨਹਰ ਸ਼ਿਵ ਦੇ ਪੁੱਤਰਾਂ ਦੇ ਨਾਲ ਜਦੋਂ ਉਹਨੇ ਰਾੜ ਝਗੜਾ ਕਰਨਾ ਕੀਤਾ ਸੀ। ਪੁਨ ਜੂਝ ਕੇ ਭਟ ਸਮਰ ਯਾਤਰਾ। ਫਿਰ ਅਜੇ ਜੰਗ ਦੇ ਮੈਦਾਨ ਨੂੰ ਯਾਤਰਾ ਚੜਾਈ ਹੀ ਕੀਤੀ ਹੈ ਤੇ ਤੁਹਾਡੇ ਪੁੱਤਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। 30 ਦੋਏ ਕੁਮਾਰ ਨਰ। ਹਾਂ 30 ਦੋਏ, 30 ਨੂੰ 2 ਵਾਰ ਕਰ ਲੋ ਤੇ 60 ਬਣ ਜਾਂਦਾ ਏ। 60,000 ਨਰ ਮੈਨੇ ਬਲੀ ਬਹਾਦਰ ਮਰਦ ਤੁਹਾਡੇ ਕੁਮਾਰ ਪੁੱਤਰ ਜੰਗ ਦੇ ਮੈਦਾਨ ਵਿੱਚ ਚੜਾਈ ਕਰ ਗਏ ਨੇ। ਸਭ ਤੱਕ ਇੱਕ। ਸੱਤਾਂ ਦਾ ਇੱਕ ਮਹਾਰਾਜ ਸਾਹਿਬ ਜੀ ਨੇ ਲਿਖਿਆ ਸ਼ਬਦ। ਇੱਥੋਂ ਤੱਕ ਗੁਰੂ ਖਾਲਸਾ ਜੀ ਕਥਾ ਆਈ ਹੈ। ਅੱਗੇ ਹੁਣ ਵੀਰਿਆਨਾਥ ਬੜਾ ਗੁੱਸਾ ਕਰੇਗਾ ਕਿ ਮੇਰੇ ਪੁੱਤ ਮਾਰ ਦਿੱਤੇ ਨੇ, ਤੇ ਉਹ ਫਿਰ ਗੁਰੂ ਖਾਲਸਾ ਜੀ ਆਪਣੇ ਜੰਗੀ ਸੂਰਮਿਆਂ ਨੂੰ ਭੇਜੇਗਾ ਜੰਗ ਦੇ ਮੈਦਾਨ ਵਿੱਚ। ਉਹ ਕਥਾ ਅੱਗੇ ਆਏਗੀ। ਆਪਨੇ ਸਰਵਨ ਕਰਨਾ ਲਾਹੇ ਪ੍ਰਾਪਤ ਕਰਨੇ ਜੀ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਪ੍ਰਥਮ ਜੂਝਿਓ ਕੰਤਾਲ ਸਰਬਰ। ਰਾੜ ਕੀਨਿਓ ਸੁਤਨਹਰ। ਪੁਨ ਜੂਝ ਗੇ ਭਟ ਸਮਰ ਯਾਤਰਾ। 30 ਦੋਏ ਕੁਮਾਰ ਨਰ। ਸਭ ਤੱਕ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।